ਲਾਈਵ ਕਰਨ ਜੋਗਾ ਛੱਡ ਦੇ, ਮੈਨੂੰ ਬਿਸਕੁਟ ਖਾ ਲੈਂਦੇ। ਉਹ ਗੁਰਦੀਪ ਸਿੰਘ ਦਾ ਫੋਨ ਨੰਬਰ ਲਿਖ ਲਾ। ਇੱਥੇ ਪਹਿਲੇ ਕਾਫੀ ਸਾਲ ਮੈਂ ਆਉਂਦਾ ਰਿਹਾ ਤੇ ਨਾਨਕ ਸਰ ਠਾਠ ਗੁਰਦੁਆਰੇ ਵਾਲੇ ਉੱਥੇ ਨੂੰ ਬੜੇ ਮਰੀਜ਼ ਦਿਖਾਉਂਦੇ ਰਹੇ। ਨੰਬਰ ਲਿਖ, ਗੁਰਦੀਪ ਸਿੰਘ ਸ਼ਾਨ। ਜ਼ੀਰੋ 7853 07853 750845। ਗੁਰਦੀਪ ਸਿੰਘ ਸ਼ਾਨ। 15 ਮਿੰਟ ਸ਼ੋਅ ਚੱਲੇਗਾ ਤਾਂ ਲਾ ਦਿਆ ਜੇ ਉਹਨਾਂ ਨੇ ਪੁੱਛਣਾ ਥੋੜੀ ਉਹਦੀ ਟੋਪਿਕ ਤੇ ਗੱਲ ਹੋ ਜਾਏਗੀ। 10-15 ਮਿੰਟ ਬਾਅਦ ਹੀ ਲਾ ਦਿਓ। ਤੇ ਯਾਰ ਮੈਨੂੰ ਤੁਸੀਂ 1 ਮਿੰਟ ਕਦੀ ਕਹੀ ਜਾਂਦੇ, ਅੱਧਾ ਮਿੰਟ ਕਹਦੇ ਬਿਸਕੁਟ 2 ਖਾਣ ਦੇਣੇ ਕਿ ਨਹੀਂ? ਵੈਬਸਾਈਟ ਜਾਂ ਈਮੇਲ ਲਾ ਦਿਓ ਯਾਰ। ਆਯੁਰਵੇਦਾ ਟੂਡੇ @hotmail। ਆ ਲੋਕਲ ਨੰਬਰ ਹੈ। गूगल सर्च ਤੇ ਜਾਓ ਨਾ ਜੀ, ਬੈਸਟ ਆਯੁਰਵੈਦਿਕ ਡਾਕਟਰ ਦਿੱਲੀ ਜਾਂ ਬੈਸਟ ਆਯੁਰਵੈਦਿਕ ਡਾਕਟਰ ਇੰਡੀਆ ਲਿਖੋ ਤੇ ਆਉਂਦਾ ਹੈ। ਕੀ ਲਿਖੀਏ ਤਾਂ? ਬੈਸਟ ਆਯੁਰਵੈਦਿਕ ਡਾਕਟਰ ਦਿੱਲੀ ਜਾਂ ਬੈਸਟ ਆਯੁਰਵੈਦਿਕ ਡਾਕਟਰ ਇੰਡੀਆ। गूगल सर्च से जाता है। ये सब लोकल ने लिखा है। ठीक है। ਇਹੋ ਜਿਹੇ ਬੰਦੇ ਦੇ ਬਲੈਂਕ ਚੈੱਕ ਵਾਪਸ ਕਰ ਦੇਣਾ। ਐਸੀ ਫੇਮਸ ਬਾਸਕਟਬਾਲ ਪਲੇਅਰ ਹੈ ਅਮਰੀਕਾ ਦਾ। $2 ਮਿਲੀਅਨ ਦਾ ਚੈੱਕ ਵਾਪਸ ਕਰਤਾ। ਉਹ ਕਹਿੰਦੇ ਯਾਰ ਲੈ ਲਓ। ਮੈਂ ਕਿਹਾ ਚੱਕ ਲਓ ਵਾਪਸ। ਡਜ਼ਨਟ ਵਰਕ ਲਾਈਕ ਦਿਸ। ਹੈਰਾਨ ਸੀ ਬੰਦਾ ਵੀ ਕਿੱਦਾਂ। ਮੈਂ ਕਿਹਾ ਇੱਦਾਂ ਕਰ, get me 20 celebrities of this country as my patient. ਕਹਿੰਦਾ what is your purpose? ਮੈਂ ਕਿਹਾ to get Ayurveda recognized in this country as a system of medicine. ਜਿਹੜਾ 5000 ਸਾਲਾ ਪੁਰਾਣਾ ਇਤਿਹਾਸ ਸੀ ਨਾ spirituality ਔਰ health care ਦਾ, ਉਹ ਸਿਰਫ ਆਯੁਰਵੇਦ ਤੋਂ ਸ਼ੁਰੂ ਹੁੰਦਾ। history of medicine starts from India. ਨਾਰਥ ਪੰਜਾਬ ਵਿੱਚ ਚਰਕ ਸੰਹਿਤਾ ਲਿਖੀ ਹੈ, ਕਿੰਨੇ ਲੋਕਾਂ ਨੂੰ ਪਤਾ? ਨਹੀਂ ਪਤਾ ਜੀ। ਉਹ ਲਿਆਉਣ ਲੱਗੇ ਕੱਪ ਖਾਲੀ ਕਿ ਨਹੀਂ? ਬੇਇੱਜ਼ਤੀ ਕਰਾਤੀ ਅੱਜ ਤਾਂ। ਉਹ ਕਹਿੰਦਾ ਕੱਪ ਇੱਕ ਰੱਖਿਆ ਦਾਲੀ। ਅਲੈਗਜ਼ੈਂਡਰ ਦਾ ਇਤਿਹਾਸ ਦੇਖੋ, ਉਹ ਵੀ ਬਾਬਿਆਂ ਕੋਲ ਪ੍ਰਭਾਵਿਤ ਹੋ ਕੇ ਵਾਪਸ ਚਲਾ ਗਿਆ ਸੀ ਉੱਥੋਂ। ਰੱਖਤਾ ਸਰ। ਬਿਸਕੁਟ ਥੱਲੇ ਰੱਖ ਦਿਆਂ। ਚਾਹ ਕਹਿੰਦੇ ਰੱਖ ਦੋ, ਹੁਣ ਪੀ ਲਓ। ਪੀਣੀ ਨਹੀਂ ਤਾਂ ਪਲੇਟ ਵੀ ਰੱਖਤੀ ਹੈ। ਪੀਰਾਂ ਤੋਂ 2 ਘੁੱਟ ਕਿਉਂ ਮਾਰਦੇ ਜੇ? ਤੇਰੇ ਅੱਗੇ ਵੀ ਜਿਹੜਾ ਡਾਕਟਰ ਸਾਹਿਬ ਘੁੰਮ ਕੇ ਪਰੇਸ਼ਾਨ ਹੋ ਗਏ ਆ। ਇੰਨਾ ਵਜਨ ਚੁੱਕ ਕੇ ਸਾਰਾ ਇਹ ਤੁਹਾਡਾ ਬਰਮਿੰਘਮ ਘੁੰਮ ਛੜਿਆ। ਟਾਈਮ ਨਹੀਂ ਲੱਗਿਆ। ਮੈਂ ਅੱਧੀਆਂ ਚੀਜ਼ਾਂ ਕੱਢਣੀਆਂ ਸੀ। ਇਹ ਫਾਈਲ ਦੇ ਪਿੱਛੇ ਮੈਨੂੰ ਪੂਰੀ ਟੈਚੀ ਚੱਕਣੀ ਪਈ ਕਿਉਂਕਿ ਟਾਈਮ ਨਹੀਂ ਸੀ, ਗੱਡੀ ਨਿਕਲ ਜਾਣੀ ਸੀ। ਮੂੰਹ ਨਾ ਸਾੜਦੇ ਡਾਕਟਰ ਸਾਹਿਬ ਦਾ, ਕਿਤੇ ਡਾਕਟਰ ਦਾ ਇਲਾਜ ਸਾਨੂੰ ਕਰਨਾ ਪਏ ਫਿਰ ਇੱਥੇ। ਹਾਂ ਯਾਰ ਅਜੇ ਤਾਂ ਪਾਣੀ ਦਾ ਘੁੱਟ ਪਿਲਾ ਦੇਗਾ। ਪਿਆ ਫਿਰ ਪਾਣੀ। ਦੰਦਾਂ 'ਚ ਮੇਰੇ ਬਿਸਕੁਟ ਫਸੇ ਆ ਚਾਚਾ। ਦੰਦਾਂ 'ਚ ਬਿਸਕੁਟ ਫਸੇ ਆ। ਉਹ ਪਾਣੀ ਦਾ ਘੁੱਟ ਦੇ ਦੇ ਮੈਨੂੰ। ਗਰਮ ਵਾਲੇ ਪਾਸੇ ਲਿਆਈ ਸ਼ਮਸ਼ੇਰ। ਰੱਖ ਦਿਓ ਕੱਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਹਾਨੂੰ ਦੱਸੇ ਸੀ ਬ੍ਰੇਕਫਾਸਟ ਸ਼ੋਅ ਦੇ ਵਿੱਚ ਸਾਡੇ ਜਿਹੜੇ ਸੈਕਿੰਡ ਗੈਸਟ ਪਹੁੰਚਣੇ ਸੀ ਡਾਕਟਰ ਸਾਹਿਬ, ਡਾਕਟਰ ਅਖਿਲੇਸ਼ ਸ਼ਰਮਾ, ਜੋ ਵਰਲਡ ਫੇਮਸ ਡਾਕਟਰ ਹਨ, ਆਯੁਰਵੈਦਿਕ ਡਾਕਟਰ ਹਨ। ਉਹ ਪਹੁੰਚਣ ਵਿੱਚ ਥੋੜ੍ਹਾ ਜਿਹਾ ਲੇਟ ਹੋਏ ਹਨ। ਹੁਣ ਸਾਡੇ ਕੋਲ ਪਹੁੰਚੇ ਹਨ। ਰੂਬਰੂ ਕਰ ਰਹੇ ਹਾਂ, ਤੁਹਾਡੇ ਲੈ ਕੇ ਹਾਜ਼ਰ ਹੋਏ ਹਾਂ। ਇਸ ਬ੍ਰੇਕਫਾਸਟ ਸ਼ੋਅ ਨੂੰ ਦੁਬਾਰਾ ਫਿਰ ਐਕਸਟੈਂਡ ਕਰ ਰਹੇ ਹਾਂ
ਕਿ ਡਾਕਟਰ ਸਾਹਿਬ ਜਿਹੜੇ ਆ ਸਾਡੇ ਕੋਲ ਹੁਣ ਪਹੁੰਚ ਚੁੱਕੇ ਆ। ਬੜੀ ਇੰਤਜ਼ਾਰ ਸੀ ਸਾਨੂੰ ਵੀ, ਤੁਹਾਨੂੰ ਵੀ, ਡਾਕਟਰ ਸਾਹਿਬ ਨਾਲ ਗੱਲਬਾਤ ਕਰਨ ਦੀ। ਤੇ ਡਾਕਟਰ ਸਾਹਿਬ ਦਾ ਜੀ ਆਇਆਂ ਨੂੰ ਵੈਲਕਮ ਕਰਦੇ ਹਾਂ ਜੀ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਜਿਹੜਾ ਅਸੀਂ ਬ੍ਰੇਕਫਾਸਟ ਸ਼ੋਅ ਜਿਹੜਾ ਐਕਸਟੈਂਡ ਕੀਤਾ ਸੀ ਤੁਹਾਡੇ ਵਾਸਤੇ, ਅੱਜ ਥੋੜ੍ਹਾ ਤੁਸੀਂ ਟਾਈਮ ਨਾਲ ਨਹੀਂ ਪਹੁੰਚ ਸਕੇ, ਟ੍ਰੈਫਿਕ ਦੀ ਥੋੜ੍ਹੀ ਪ੍ਰੋਬਲਮ ਹੋਈ ਹੈ, ਲੇਕਿਨ ਸਪੈਸ਼ਲ ਹੁਣ ਸੰਗਤਾਂ ਦੀ ਮੰਗ 'ਤੇ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਦੁਬਾਰਾ ਇਸ ਸ਼ੋਅ ਨੂੰ। ਤੇ ਸਭ ਤੋਂ ਪਹਿਲਾਂ ਤਾਂ ਤੁਹਾਡੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਲੈਣਾ ਚਾਹਾਂਗੇ। ਜਿਵੇਂ ਤੁਸੀਂ ਵਰਲਡ ਫੇਮਸ ਡਾਕਟਰ ਹੋ ਔਰ ਵੀ ਆਯੁਰਵੈਦਿਕ ਦੇ, ਤੇ ਤੁਸੀਂ ਇਹ ਜਿਹੜੀ ਹੈ ਆਯੁਰਵੈਦਿਕ ਜਿਹੜੇ ਡਾਕਟਰ ਤੁਸੀਂ ਬਣੇ, ਤੁਹਾਨੂੰ ਕਿੱਥੋਂ ਐਜੂਕੇਸ਼ਨ ਮਿਲੀ ਔਰ ਤੁਹਾਨੂੰ ਕਿੱਥੋਂ ਪ੍ਰੇਰਨਾ ਮਿਲੀ ਇਸ ਪਾਸੇ ਆਯੁਰਵੈਦਿਕ ਡਾਕਟਰ ਬਣਨ ਦੀ? ਦੇਖੋ, ਪ੍ਰੇਰਨਾ ਦੀ ਤੁਸੀਂ ਗੱਲ ਕੀਤੀ ਹੈ, ਸਭ ਤੋਂ ਪਹਿਲਾਂ ਉੱਥੋਂ ਹੀ ਸ਼ੁਰੂ ਕਰਦਾ। ਹਾਂਜੀ। ਮੇਰੇ ਫਾਦਰ ਸਾਹਿਬ ਡਿਪਲੋਮੈਟ ਸੀਗੇ ਜੀ। ਦਾਦੀ ਮੇਰੀ ਉਹ ਕੁਝ ਜੜੀ ਬੂਟੀਆਂ ਦੇ ਥੋੜ੍ਹੇ ਬਹੁਤੇ ਇਲਾਜ ਕਰਦੀ ਸੀ ਔਰ ਬੜੀ ਸਪਿਰਿਚੁਅਲ ਔਰਤ ਸੀ। ਅੱਛਾ ਜੀ। ਮੇਰੀ ਛੋਟੀ ਭੈਣ ਬਿਮਾਰ ਪੈ ਗਈ, 2 ਸਾਲ ਛੋਟੀ ਸੀ ਮੇਰੇ ਕੋਲੋਂ। ਹਾਂਜੀ। ਉਹਦਾ ਕੰਟੀਨਿਊਸ weight loss ਹੋ ਰਿਹਾ ਸੀ, ਲਾਸ ਆਫ ਐਪੇਟਾਈਟ ਸੀਗਾ। ਡਾਕਟਰ ਨੂੰ ਸਮਝ ਨਹੀਂ ਆਇਆ ਉਸ ਵੇਲੇ ਕੀ ਕਹਾਣੀ ਹੈ ਜੀ। ਅਲਟਰਾਸਾਊਂਡ ਕਰਾਇਆ, ਕੁਝ ਨਹੀਂ ਪਤਾ ਲੱਗਿਆ। ਸਾਰੇ ਪਰੇਸ਼ਾਨ। ਮੇਰੀ ਮਾਂ 2 ਸਬਜੈਕਟਾਂ 'ਚ MA ਸੀਗੀ ਉਸ ਟਾਈਮ, ਬਹੁਤ ਪੜ੍ਹੀ ਲਿਖੀ ਵਿਦਵਾਨ ਮਹਿਲਾ, ਅੱਜ ਵੀ ਹੈਗੀ ਹੈ, ਟੱਚਵੁੱਡ ਜੀ। ਅਸੀਂ ਇਕੱਠੇ ਜੁਆਇੰਟ ਫੈਮਿਲੀ 'ਚ ਰਹਿੰਦੇ ਸੀ। ਮੇਰੇ ਫਾਦਰ ਕੋਲ ਮੇਰੀ ਦਾਦੀ ਵੀ ਰਹਿੰਦੀ ਸੀ, 4 ਪੁੱਤਰ ਸੀ, ਪਰ ਸਭ ਤੋਂ ਛੋਟੇ ਕੋਲ ਰਹੇ ਹੋ। ਹਾਂਜੀ। ਮੁਲਤਾਨ ਤੋਂ ਆਏ ਸੀ ਉਜੜ ਕੇ, ਬਿਲਕੁਲ ਬੜੀ ਸ਼ੁਰੂਆਤ ਸੰਘਰਸ਼ ਦੇਖੀ ਮੇਰੇ ਫਾਦਰ ਨੇ। ਉਹਦੇ ਬਾਅਦ ਡਿਪਲੋਮੈਟਿਕ ਸਰਵਿਸ 'ਚ ਰਹੇ ਜੀ, ਆਪਣੇ ਦੇਸ਼ ਦਾ ਬੜਾ ਉੱਚਾ ਨਾਂ ਵੀ ਕੀਤਾ ਉਹਨਾਂ ਨੇ। ਲੇਕਿਨ ਚਾਹੁੰਦੇ ਸੀ ਕਿ ਮੈਂ ਵੀ ਡਿਪਲੋਮੈਟ ਬਣਾ। ਅੱਛਾ ਜੀ। ਮਾਂ ਚਾਹੁੰਦੀ ਸੀ, ਜਿਹੜੀ ਐਜੂਕੇਟਿਡ ਸੀ, ਡਬਲ MA ਸੀਗੀ 1960 'ਚ। ਹਾਂਜੀ। ਜਿਹੜਾ ਬਹੁਤ ਘੱਟ ਹੁੰਦਾ ਸੀ ਉਸ ਟਾਈਮ। ਹਾਂਜੀ। ਚਾਹੁੰਦੀ ਸੀ ਕਿ ਮੈਂ ਐਲੋਪੈਥਿਕ ਡਾਕਟਰ ਬਣਾ। ਅੱਛਾ ਜੀ। ਕਿਉਂਕਿ सम्मान ਹੈ, ਰਿਸਪੈਕਟ ਹੈ, ਟਾਈ ਵਾਲੇ ਬਾਬੂ ਜੀ ਡਾਕਟਰ ਸਾਹਿਬ ਲੋਕ ਕਰਨਗੇ। ਹਾਂਜੀ। ਤੇ ਕਹਿੰਦੀ ਸੀ ਕਾਕਾ ਤੂੰ ਡਾਕਟਰ ਬਣਨਾ ਹੈ। ਅੱਛਾ ਜੀ। ਚੰਗੀ ਟੋਰ ਬਣ ਜਾਂਦੀ ਹੈ ਲੋਕਾਂ ਵਿੱਚ, ਹੈ ਨਾ। ਮਾਂ ਹਰ ਪਿਓ ਦੀ ਲੜਾਈ ਹੋਈ ਥੋੜੀ ਜੀ। ਹਾਂਜੀ। ਪਿਓ ਨੇ ਕਿਹਾ ਮੇਰਾ ਇਕੱਲਾ ਇੱਕ ਪੁੱਤਰ ਹੈ। ਹਾਂਜੀ। ਹੈ ਜਿੱਦਾਂ ਹੁੰਦਾ ਹੀ ਹੈ ਇੰਡੀਅਨ ਆਪਣੇ ਪਰਿਵਾਰਾਂ 'ਚ ਕਿ ਜੀ ਮੁੰਡਾ 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 ਕਰਦੇ ਆ ਸਾਰੇ। ਹਾਂਜੀ। ਇੱਕ ਪੁੱਤਰ ਸੀ ਮੈਂ, ਸੰਯੋਗ ਨਾਲ ਲੱਕੀ ਔਰ ਅਨਲੱਕੀ ਜਿੱਦਾਂ ਵੀ ਕਹੋ। 3 ਭੈਣਾਂ ਸੀ। ਹਾਂਜੀ। ਇਹ ਜਿਹੜੀ 2 ਨੰਬਰ ਦੀ ਜਿਹੜੀ ਮੇਰੀ ਛੋਟੀ ਭੈਣ ਹੈ, ਮੇਰੇ ਨਾਲ ਅੱਜ ਵੀ ਬਹੁਤ ਸਭ ਤੋਂ ਪਿਆਰ ਹੈ ਉਹਦਾ। ਹਾਂਜੀ। ਜਿਹੜੀ ਬਿਮਾਰ ਪੈ ਗਈ, ਫਿਰ ਉਹ ਕਹਿੰਦਾ ਪੁੱਤਰ ਨੂੰ ਡਾਕਟਰ ਬਣਾਉਣਾ ਹੈ, ਨਾ ਡਿਪਲੋਮੈਟ ਬਣਾਉਣਾ ਹੈ। ਮਾਂ ਕਹਿੰਦੀ ਪੁੱਤਰ ਨੂੰ ਐਲੋਪੈਥਿਕ ਡਾਕਟਰ ਬਣਾਉਣਾ ਹੈ। ਹਾਂਜੀ। ਸੰਯੋਗ ਦੀ ਗੱਲ, ਮੇਰੀ ਛੋਟੀ ਭੈਣ 2 ਸਾਲ ਛੋਟੀ ਮੇਰੇ ਤੋਂ ਬਿਮਾਰ ਪੈ ਗਈ। ਬਿਮਾਰ ਪੈ ਗਈ ਤੇ ਡਾਕਟਰਾਂ ਕੋਲ ਜਾਂਦੇ ਰਹੇ, ਦੇਖਦੇ ਰਹੇ। ਕੰਟੀਨਿਊਸ weight loss and appetite loss and toxicity was there. They tried every medicine, ਐਂਟੀਬਾਇਓਟਿਕ ਖਵਾ, ਬਹੁਤ ਐਕਸਰੇ ਕਰਾਇਆ, ਕੁਝ ਨਾ ਪਤਾ ਲੱਗਿਆ, ਬਲੱਡ ਟੈਸਟ ਕਰਾ, ਸਭ ਕੁਝ ਕਰਾ ਲਿਆ ਜੀ। ਉਹਨਾਂ ਦਿਨਾਂ 'ਚ ਮੈਨੂੰ ਵੀ ਸਮਝ ਘੱਟ ਸੀ, 17-18 ਸਾਲ ਦੇ ਬੱਚੇ ਨੂੰ ਕਿੰਨਾ ਪਤਾ ਹੁੰਦਾ ਹੈ ਜੀ। ਬਸ ਡਾਕਟਰ ਕਹਿਣ ਵੀ ਸਾਨੂੰ ਤਾਂ ਸਮਝ ਨਹੀਂ ਆ ਰਹੀ ਵੀ ਇਹਨੂੰ ਐਬਡੋਮੀਨਲ ਕੈਂਸਰ ਹੈ, ਕੋਈ ਪਤਾ ਨਹੀਂ ਪੇਟ ਦੀ TB ਹੈ, ਪਤਾ ਨਹੀਂ ਕੀ ਕਹਾਣੀ ਹੈ। ਹਾਂਜੀ। ਅਲਟਰਾਸਾਊਂਡ ਹੈ ਨਹੀਂ ਸੀ। ਮੈਂ ਇੱਕ ਦਿਨ ਬਹੁਤ ਰੋਇਆ। ਮੈਂ ਕਿਹਾ ਦਾਦੀ, ਇਹ ਮੇਰੀ ਭੈਣ ਨੂੰ ਕੀ ਹੋਣਾ? ਹਾਂਜੀ। ਇਜ਼ ਸ਼ੀ ਗੋਇੰਗ ਟੂ ਡਾਈ? ਦਾਦੀ ਨੇ ਕਿਹਾ ਨਾ ਪੁੱਤ, ਕੀ ਗੱਲ ਕਰਨਾ ਤੂੰ? ਮੈਂ ਕਿਹਾ ਫਿਰ ਤੂੰ ਇੰਨੀ ਧਾਰਮਿਕ ਹੈਗੀ ਹੈ, ਤੂੰ ਗੱਲਾਂ ਕਰਨੇ ਧਰਮ ਦੀਆਂ, ਤੂੰ ਮੇਰੀ ਛੋਟੀ ਭੈਣ ਨੂੰ ਬਚਾ ਫਿਰ। ਹਾਂਜੀ। ਇਹ ਡਾਕਟਰ ਕੁਝ ਕਰ ਨਹੀਂ ਪਾ ਰਹੇ। ਹਾਂਜੀ। ਮੇਰਾ ਮੂੰਹ ਦੇਖਦੀ ਰਹਿ ਗਈ। ਸਨ ਹੋ ਗਈ ਉਸ ਦਿਨ ਜੀ। ਅਗਲੇ ਦਿਨ ਤੋਂ ਉਹਨੇ ਬੋਲਣਾ ਬੰਦ ਕਰਤਾ। ਹਾਂਜੀ। ਉਹ ਉੱਦਾਂ ਹੀ ਸੀ ਜਿੱਦਾਂ ਘਰ ਦੀਆਂ ਪੁਰਾਣੀਆਂ ਬੁੜੀਆਂ ਅੱਜ ਵੀ ਹੁੰਦੀਆਂ। ਹਾਂਜੀ। ਸਾਡੇ ਕਲਚਰ ਦੀਆਂ ਖਾਸ ਕਰ। ਹਾਂਜੀ। ਚਿੱਟਾ ਦੁਪੱਟਾ, ਵਿਧਵਾ ਹੋ ਗਈ ਸੀ ਬਹੁਤ ਪਹਿਲਾਂ। 6 ਬੱਚਿਆਂ ਨੂੰ ਲੈ ਕੇ ਆਈ ਸੀ ਵੈਸਟ ਪਾਕਿਸਤਾਨ ਤੋਂ, ਪਾਰਟੀਸ਼ਨ ਦੇ ਟਾਈਮ। ਹਾਂਜੀ। ਦਾਦੀ ਨੇ ਕਿਹਾ ਪੁੱਤਰ ਮੈਂ ਦੇਖਣੀ ਆ, ਮੈਂ ਕੀ ਕਰਨੀ ਆ। ਅਗਲੇ ਦਿਨ ਤੋਂ ਉਹਨੇ ਵੈਦਾਂ ਹਕੀਮਾਂ ਕੋਲ ਜਾਣਾ ਸ਼ੁਰੂ ਕਰਤਾ। ਹਾਂਜੀ। ਕਿਤਾਬਾਂ ਰਸਾਲੇ ਪੁਰਾਣੇ ਪੜ੍ਹਨੇ। ਹਾਂਜੀ। ਉਹਨਾਂ 'ਚੋਂ ਲੱਭਣਾ। ਹਾਂਜੀ। ਡਿਸਕਸ ਕਰਨਾ ਜਾ ਕੇ, ਕੁਝ ਕਾੜੇ ਬਣਾਉਣੇ ਸ਼ੁਰੂ ਕੀਤੇ। ਕੁੜੀ ਨੂੰ ਦਿਨ 'ਚ 3 ਵਾਰੀ ਉਹ ਕਾੜਾ ਦੇਈ ਜਾਏ। ਅੱਛਾ ਜੀ। ਸਾਡੇ ਨਾਲ ਹੁਣ ਬੋਲੇ ਨਾ। ਕਹਿੰਦੀ ਬਸ ਮੈਨੂੰ ਕਰਨ ਦਿਓ ਜੋ ਮੈਂ ਕਰ ਰਹੀ ਹਾਂ। 1.5 ਮਹੀਨਾ ਲਗਾਤਾ ਉਹਨੇ ਦਾ। ਹਾਂਜੀ। ਕੁੜੀ ਜਿਹੜੀ ਹੈ ਲੋ ਜੀ ਟੌਕਸਿਸਿਟੀ ਤੋਂ ਬਾਹਰ ਆਉਣ ਲੱਗ ਗਈ। ਅੱਛਾ ਜੀ। ਬੁਖਾਰ ਘਟਣ ਲੱਗ ਗਿਆ, ਵਜਨ ਥੋੜਾ ਠੀਕ ਹੋਣ ਲੱਗ ਗਿਆ, ਭੁੱਖ ਲੱਗਣ ਲੱਗ ਗਈ ਜੀ। ਡਾਕਟਰਾਂ ਕੋਲ ਗਏ, ਡਾਕਟਰ ਕਹਿੰਦਾ ਵੀ ਮੈਨੂੰ ਸਮਝ ਨਹੀਂ ਆਈ ਕੀ ਗੱਲ ਹੈ, ਪਰ ਜੋ ਵੀ ਤੁਸੀਂ ਕਰ ਰਹੇ ਹੋ ਨਾ ਉਹੀ ਕਰ ਲਓ, ਕਿਉਂਕਿ ਮੈਂ ਬਹੁਤ ਦਵਾਈਆਂ ਦੇ ਬੈਠਾ, ਮੈਂ ਥੱਕ ਗਿਆ ਆਪ, ਤੇ ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਮੇਰੇ ਤੇ ਬਲੇਮ ਵੀ ਲੱਗੇ। ਹਾਂਜੀ। ਬਈ ਡਾਕਟਰ ਵੀ ਇਨਸਾਨ ਹੁੰਦਾ। ਡਰ ਗਿਆ ਸੀ ਅੰਗਰੇਜ਼ੀ ਡਾਕਟਰ ਜੀ। ਕਹਿੰਦਾ ਮੈਨੂੰ ਨਹੀਂ ਸਮਝ ਆਈ। ਉਹ ਕੁੜੀ ਲਓ ਜੀ ਮੇਰੀ ਦਾਦੀ ਨੇ ਠੀਕ ਕਰ ਦਿੱਤੀ। ਉੱਥੋਂ ਹੀ ਤੁਹਾਨੂੰ ਮਤਲਬ ਪ੍ਰੇਰਨਾ ਹੋ ਗਈ ਵੀ ਬਸ ਮੈਂ ਸੋਚ ਲਿਆ, ਮੈਂ ਕਿਹਾ ਮੈਂ ਦਾਦੀ ਤੂੰ ਜੋ ਕਹੂੰਗੀ ਨਾ ਉਹੀ ਕਰਨਾ। ਅੱਛਾ ਜੀ। ਹੁਣ ਮੇਰੀ
ਦਾਦੀ ਔਰ ਮਾਂ 'ਚ ਬਹਿਸ ਹੋ ਗਈ। ਹਾਂਜੀ ਜਿੱਦਾਂ ਆਪਣੇ ਪਰਿਵਾਰਾਂ 'ਚ ਚੱਲਦਾ ਹੈ, ਸੱਸ ਨੂੰ ਤੋਂ ਵੱਡਾ ਹੋਰ ਤਾਂ ਡੈਲੀਕੇਟ ਰਿਸ਼ਤਾ ਹੈ ਹੀ ਨਹੀਂ ਨਾ। ਹਾਂਜੀ ਹਾਂਜੀ ਕਿ ਉਹਨਾਂ ਦੀ ਠਣਕ ਦੀ ਜ਼ਰੂਰ ਹੈ। ਮਾਂ ਪੜ੍ਹੀ ਲਿਖੀ ਸੀ, ਡਬਲ ਲੰਮੇ ਵੀ ਸੀ, ਕਹਿੰਦੀ ਪੁੱਤਰ ਮੈਂ ਤਾਂ ਡਾਕਟਰ ਹੀ ਬਣਾਉਣਾ ਹੈ। ਦਾਦੀ ਕਹਿੰਦੀ ਦੇਖ ਪੁੱਤਰ, ਤੂੰ ਤੇ ਆਪਣੀ ਮਾਂ ਦਾ ਪੁੱਤਰ ਹੈ, ਮੈਂ ਤਾਂ ਤੇਰੀ ਦਾਦੀ ਹਾਂ, ਪਹਿਲਾ ਹੱਕ ਤੇਰੀ ਮਾਂ ਦਾ ਸ਼ਾਇਦ, ਤੇ ਨਾ ਤੂੰ ਡਿਸਾਈਡ ਕਰ ਲੈ ਕੀ ਕਰਨਾ ਹੈ। ਆਯੁਰਵੈਦਿਕ ਡਾਕਟਰ ਬਣ ਜਾ, ਚਾਹੁੰਦੇ ਇਹੀ ਸੀ ਨਾ, ਚਾਹੁੰਦੇ ਇਹੀ ਸੀ ਪਰ ਕਹਿ ਨਹੀਂ ਰਹੇ ਸੀ। ਹਾਂਜੀ ਮੈਂ ਕਿਹਾ ਦਾਦੀ ਪਰ ਤੂੰ ਕੀ ਚਾਹੁੰਦੀ ਹੈ? ਦਾਦੀ ਕਹਿੰਦੀ ਦੇਖ, ਜੇ ਅੰਗਰੇਜ਼ੀ ਦਵਾਈ ਪੜ੍ਹੇਗਾ ਨਾ ਤੇ ਡਾਕਟਰ ਬਣ ਜਾਏਗਾ, ਹਾਂਜੀ ਲਾਇਸੈਂਸ ਵੀ ਮਿਲ ਜਾਏਗਾ, ਟਾਈ ਵਾਲਾ ਬਾਬੂ ਜੀ ਬਣ ਕੇ ਮਰਸੀਡੀਜ਼ ਕਾਰਾਂ ਰੱਖੀ, ਵੱਡੇ ਬੜੇ ਸਲਾਮ ਵੀ ਪੈਣਗੇ। ਹਾਂਜੀ ਪਰ ਨਾ ਡਾਕਟਰ ਔਰ ਹੀਲਰ ਵਿੱਚ ਇੱਕ ਫਰਕ ਹੁੰਦਾ ਹੈ। ਹਾਂਜੀ ਕਹਿੰਦੀ ਆਯੁਰਵੇਦ 'ਚ ਲਿਖਿਆ ਹੈ ਸਾਡੇ ਬਾਬਿਆਂ ਨੇ, ਹਾਂਜੀ ਚਿਕਿਤਸਾ ਪੁੰਨਿਤਮ ਨ ਕਿੰਚਿਤ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੁਸੀਂ ਪੜ੍ਹੋ ਤੇ ਤੁਹਾਨੂੰ ਕੋਟ ਮਿਲ ਜਾਏਗਾ ਕਿੱਥੇ ਲਿਖਿਆ, ਹਾਂਜੀ ਕਿ ਕਹਿੰਦਾ ਚਿਕਿਤਸਾ ਤੋਂ ਵੱਡਾ ਨਾ ਪੁੰਨ ਕਰਮ ਕੋਈ ਨਹੀਂ ਹੈਗਾ ਜੀ। ਇਹ ਸਿੱਧਾ ਪਰਮਾਤਮਾ ਦੂਸਰੇ ਸਰੀਰ ਦੇ ਰੂਪ 'ਚ ਇੱਕ ਆਤਮਾ ਤੁਹਾਡੇ ਸਾਹਮਣੇ ਖੜੀ ਹੋ ਜਾਂਦੀ, ਜਿਹੜੀ ਪਰਮਾਤਮਾ ਦਾ ਹੀ ਰੂਪ ਹੈ। ਤੁਹਾਡਾ ਟੈਸਟ ਲੈਂਦੀ ਹੈ ਵੀ ਹਾਂ ਕਰ ਮੈਨੂੰ ਹੁਣ ਠੀਕ। ਬਿਲਕੁਲ, ਜਿਵੇਂ ਤੁਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਗੱਲ ਕੀਤੀ ਹੈ, ਤਾਂ ਸਤਿਗੁਰੂ ਜੀ ਰੋਜ਼ ਆਪਣੇ ਹੱਥਾਂ ਦੇ ਨਾਲ ਜਿਹੜੇ ਹੈ ਨਾ, ਜਿਹੜੇ ਬਿਮਾਰ ਹੁੰਦੇ ਸੀ, ਜਿਹੜੇ ਕੋਹੜੀ ਹੁੰਦੇ ਸੀ, ਜਿਨ੍ਹਾਂ ਨਾਲ ਗੱਲ ਨਹੀਂ ਸੀ ਕੋਈ ਕਰਦਾ, ਉਹਨਾਂ ਨੂੰ ਆਪਣੇ ਹੱਥਾਂ ਨਾਲ ਉਹਨਾਂ ਦਾ ਇਲਾਜ ਕਰਦੇ ਹੁੰਦੇ ਸੀ। ਇਹ ਸੰਸਕਾਰ ਅਸੀਂ ਕਿੱਥੇ ਭੁੱਲ ਗਏ? ਹਾਂਜੀ, ਇਸ ਦਾ ਇਤਿਹਾਸ 5000 ਸਾਲਾਂ ਪੁਰਾਣਾ ਹੈਗਾ ਜੀ। ਮੇਰੀ ਦਾਦੀ ਨੇ ਉਹੀ ਗੱਲ ਕਹੀ ਕਿ ਮੇਰੇ ਪੁੱਤਰ, ਜੇ ਤੂੰ ਕੁਝ ਬਣਨਾ ਹੈ ਨਾ, ਬੀ ਏ ਟਰੂ ਹੀਲਰ। ਹਾਂਜੀ, ਤੇ ਕਹਿੰਦੀ ਦਿਸ ਇਜ਼ ਦੀ ਐਕਚੁਅਲ ਮੈਡੀਸਿਨ, ਦਿਸ ਇਜ਼ ਦੀ ਓਨਲੀ ਮੈਡੀਸਿਨ। ਮੈਂ ਅੰਗਰੇਜ਼ੀ 'ਚ ਇਸ ਕਰਕੇ ਆ ਗਿਆ, ਅੱਜ ਦੀ ਜਨਰੇਸ਼ਨ ਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਹੈ। ਵਾਟ ਮਾਈ ਗ੍ਰੈਂਡਮਦਰ ਸੈਡ that this is the actual medicine, this is the only medicine, and take my words, this is going to be the future medicine। ਬਿਲਕੁਲ ਸਹੀ ਗੱਲ ਹੈ। ਅੱਜ ਮੇਰੀ ਦਾਦੀ ਸਰੀਰ ਰੂਪ 'ਚ ਮੇਰੇ ਨਾਲ ਨਹੀਂ ਹੈਗੀ, ਆਤਮਾ ਰੂਪ 'ਚ ਮੇਰੇ ਨਾਲ ਬੈਠੀ ਹੈ। ਮੈਨੂੰ ਸਾਈਕਿਕ ਹੀਲਰਸ ਨੇ ਦੱਸਿਆ, ਕੋਲੰਬੀਆ ਬੈਠੇ ਹੋ, ਮੇਰੀ ਦਾਦੀ ਦਾ ਡਿਸਕ੍ਰਿਪਸ਼ਨ ਦੇ ਦਿੱਤਾ ਉਹਨੇ, ਕਹਿੰਦੇ ਨਾਲ ਬੈਠੀ ਤੇਰੇ, ਸ਼ੀ ਇਜ਼ ਦ ਵਨ ਹੂ ਇਜ਼ ਯੂਰ ਗਾਈਡਿੰਗ ਫੋਰਸ। ਆਈ ਵਾਸ ਸਰਪ੍ਰਾਈਜ਼ਡ ਕਿ ਮੇਰੇ ਡਾਕਟਰ ਬਣਨ ਤੋਂ ਬਾਅਦ, ਆਯੁਰਵੈਦਿਕ ਡਾਕਟਰ ਬਣਨ ਤੇ 30 ਸਾਲਾਂ ਬਾਅਦ ਇੱਕ ਬੁੜੀ ਮੈਨੂੰ ਕੋਲੰਬੀਆ 'ਚ, ਜਿਹੜੀ ਮੇਰੀ ਭਾਸ਼ਾ ਵੀ ਨਹੀਂ ਬੋਲਦੀ, ਉਹ ਮੈਨੂੰ ਦੱਸਦੀ ਹੈ ਮੇਰੀ ਦਾਦੀ ਦੇ ਬਾਰੇ ਪੂਰਾ ਦਾ ਪੂਰਾ ਡਿਸਕ੍ਰਿਪਸ਼ਨ। ਉਹਨੇ ਅੰਗੂਠੀ ਦਾ ਦੱਸ ਦਿੱਤਾ, ਹਰੇ ਰੰਗ ਦੀ ਪਾਈ ਹੈ, ਉਹਦੇ ਉੱਤੇ ਉਹਦਾ ਨਾਂ ਲਿਖਿਆ। ਅੱਛਾ ਅੱਛਾ। ਮੈਂ ਹੈਰਾਨ ਹੋ ਗਿਆ। ਤੇ ਜਿਵੇਂ ਗੱਲ ਕਰਦੇ ਆ ਆਯੁਰਵੈਦਿਕ ਦੀ, ਤੁਸੀਂ ਡਾਕਟਰ ਬਣੇ, ਫਿਰ ਤੁਸੀਂ ਕਿੱਥੋਂ ਇਹਦੀ ਜਿਹੜੀ ਸੀ ਸਿੱਖਿਆ ਕਿੱਥੋਂ ਲਈ? ਮੈਂ ਡਾਕਟਰ ਆਯੁਰਵੇਦ ਦੇ ਪੜ੍ਹਿਆ, ਮੈਂ ਜੀ ਕੁਰੂਕਸ਼ੇਤਰਾ ਯੂਨੀਵਰਸਿਟੀ ਪੜ੍ਹਿਆ, ਇੰਡੀਆ। ਹਾਂਜੀ, ਹਰਿਆਣਾ ਵਿੱਚ। ਹਾਂਜੀ, ਹਰਿਆਣਾ 'ਚ, ਕਿਉਂਕਿ ਰਹਿਣ ਵਾਲੇ ਅੰਬਾਲੇ ਦੇ ਸੀ ਅਸੀਂ। ਅੱਛਾ ਜੀ। ਤੇ ਜਦੋਂ ਹਰਿਆਣਾ ਪੰਜਾਬ ਪਹਿਲਾਂ ਤਾਂ ਇਕੱਠੇ ਸੀਗਾ ਸਾਰਾ ਮਹਾ ਪੰਜਾਬ ਸੀ। ਹਾਂਜੀ, ਕੁਰੂਕਸ਼ੇਤਰਾ ਯੂਨੀਵਰਸਿਟੀ ਤੋਂ ਜਦੋਂ ਮੈਂ ਆਯੁਰਵੇਦ ਦੀ ਗ੍ਰੈਜੂਏਸ਼ਨ ਕੀਤੀ ਜੀ, ਤੇ ਉਸ ਵੇਲੇ ਵੀ ਲੋਕ ਕਹਿੰਦੇ ਸੀ, ਮੇਰੇ ਫਾਦਰ ਬਹੁਤ ਦੁਖੀ ਹੋਏ, ਕਹਿੰਦੇ ਤੂੰ ਤਾਂ ਪਾਗਲ ਹੈ, ਕੌਣ ਪੜ੍ਹਦਾ ਹੈ ਇਹ ਪੜ੍ਹਾਈ ਅੱਜ ਕੱਲ੍ਹ ਸੰਸਕ੍ਰਿਤ ਦੀ, ਤੂੰ ਮੇਰਾ ਨਾਂ ਡਬੋਤਾ, ਤੈਨੂੰ ਕੈਂਬਰਿਜ ਸਕੂਲ ਇਸ ਕਰਕੇ ਪਾਇਆ ਸੀ ਕਿ ਤੂੰ ਇਹ ਅੰਗਰੇਜ਼ੀ ਪੜ੍ਹ ਕੇ ਆਪਣੇ ਡਿਪਲੋਮੇਟ ਦਾ ਪੁੱਤਰ ਹੋ ਕੇ ਤੇ ਤੂੰ ਚੂਰਨ ਚਟਨੀ ਕਰ। ਹਾਂਜੀ। ਮੈਂ ਕਿਹਾ ਡੈਡੀ, ਮੇਰੀ ਦਾਦੀ ਦਾ ਆਸ਼ੀਰਵਾਦ ਹੈ, ਉਹਨੇ ਕਿਹਾ, ਉਹ ਵਿਜ਼ਨਰੀ ਹੈ, ਮੈਂ ਦਾਦੀ ਦੀ ਗੱਲ ਸੁਣਨੀ ਹੈ। ਹਾਂਜੀ, ਸੁਣ ਲਈ। ਸਾਰੇ ਮੇਰੇ ਰਿਸ਼ਤੇਦਾਰਾਂ ਨੇ, ਸੰਬੰਧੀਆਂ ਨੇ, ਦੋਸਤਾਂ ਨੇ ਕਿਹਾ ਕਿ ਯਾਰ ਇਹਦਾ ਅਖਿਲੇਸ਼ ਦਾ ਦਿਮਾਗ ਖਰਾਬ ਹੋ ਗਿਆ, ਇੰਨਾ ਚੰਗਾ ਸਿਆਣਾ ਮੁੰਡਾ ਸੀ, ਬ੍ਰਿਲੀਅੰਟ ਬॉय ਹੈਗਾ, ਆਪਣੇ ਕਾਲਜ ਦਾ ਸਕੂਲ ਦਾ ਮੋਸਟ ਟੈਲੈਂਟਡ ਸਟੂਡੈਂਟ, ਵਾਟ ਇਜ਼ ਹੈਪਨਿੰਗ ਟੂ ਹਿਮ। ਮੈਂ ਡਿਸਾਈਡ ਕਰ ਲਿਆ, ਦਾਦੀ ਜਦੋਂ ਪੜ੍ਹ ਕੇ ਆਇਆ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ, ਉਹਦੇ ਬਾਹਰ ਹੀ ਕੁਝ ਬਾਬੇ ਜਿਹੜੇ ਬੈਠਦੇ ਹੁੰਦੇ ਆ, ਸਨੇਹ ਸਰੋਵਰ, ਜਿੱਥੇ ਇੰਦਰ ਨੇ ਆਪਣੀਆਂ ਹੱਡੀਆਂ ਦਾਨ ਕੀਤੀਆਂ ਸੀ ਦਧੀਚੀ ਰਿਸ਼ੀ ਨੂੰ, ਤਾਂ ਕਿ ਉਹਦਾ ਵਜਰਾਸਰ ਬਣੇ। ਹਾਂਜੀ, ਉਸ ਦਾ ਇਤਿਹਾਸ ਹੈ ਸਨੇਹਿਤ ਸਰੋਵਰ ਦਾ। ਤੇ ਉੱਥੇ ਹੀ ਬਿਲਕੁਲ ਸਾਹਮਣੇ ਆਪਣਾ ਜਿਹੜਾ ਗੁਰੂ ਘਰ ਹੈਗਾ, ਜਿਹਦੀ ਮਹੱਤਤਾ ਉਹਦੇ ਨਾਲ ਜੁੜੀ ਹੋਈ ਹੈ। ਜੀ ਜੀ, ਦੋਨਾਂ ਚੀਜ਼ਾਂ ਦੇ ਨਾਲ। ਉੱਥੇ ਅਸੀਂ ਬਹਿਣਾ ਜੀ ਗੁਰੂ ਘਰ ਦੇ ਬਾਹਰ, ਉੱਥੇ ਲੰਗਰ ਛਕਣਾ ਤੇ ਨਾਲ ਆਯੁਰਵੇਦ ਦੀ ਪੜ੍ਹਾਈ ਕਰਨੀ, ਤੇ ਇੱਧਰ ਬਾਬਿਆਂ ਕੋਲ ਕੁਛ ਬੈਠਣਾ। ਬਸ ਮੇਰਾ ਮਿਲਾ ਜੁਲਾ ਸੰਸਕਾਰ, ਯੂਨੀਵਰਸਿਟੀ ਦੀ ਕੁਆਲੀਫਿਕੇਸ਼ਨ ਔਰ ਬਾਬਿਆਂ ਦੇ ਚਰਨਾਂ 'ਚ ਬਹਿ ਕੇ ਜੋ ਮੈਂ ਗਿਆਨ ਪ੍ਰਾਪਤ ਕੀਤਾ, ਮੈਂ 700 ਸਾਲ ਤੋਂ ਲੈ ਕੇ 1300 ਸਾਲ ਪੁਰਾਣੀਆਂ ਹੈਂਡ ਰਿਟਨ ਮੈਨੂਸਕ੍ਰਿਪਟ ਪੂਰੇ ਦੇਸ਼ ਭਰ 'ਚ ਘੁੰਮ ਕੇ ਇਕੱਠੀਆਂ ਕੀਤੀਆਂ ਨੇ। ਵਾਹ ਜੀ, ਇਹ ਇੰਨੇ ਸਾਲਾਂ 'ਚ। ਅੱਛਾ ਜੀ। ਉਹਨਾਂ ਨੂੰ ਮੈਂ ਡਾਕੂਮੈਂਟ ਕਰਨਾ, ਐਵੀਡੈਂਸ ਬੇਸਡ ਸਟੱਡੀਜ਼ ਕਰਨਾ। ਹਾਂਜੀ, ਪਹਿਲੇ ਮੈਂ ਡਾਬਰ 'ਚ ਕੰਸਲਟੈਂਟ ਰਿਹਾ, ਜਿਹੜੀ ਹਿੰਦੁਸਤਾਨ ਦੀ ਨਹੀਂ, ਵਰਲਡ ਦੀ ਸਭ ਤੋਂ ਵੱਡੀ ਆਯੁਰਵੈਦਿਕ ਕੰਪਨੀ ਹੈਗੀ ਹੈ। ਜੀ ਬਿਲਕੁਲ ਜੀ, ਡਾਬਰ ਦੇ ਹਰ ਇੱਕ ਪ੍ਰੋਡਕਟ ਜੇ ਗੱਲ ਕਰੀਏ ਤਾਂ
ਜਿਹੜਾ ਹੈਗਾ ਚਮਨਪ੍ਰਾਸ ਜਾਂ ਬਹੁਤ ਸਾਰੀਆਂ ਹਰ ਇੱਕ ਪ੍ਰੋਡਕਟ ਜਿਹੜਾ ਉਹਨਾਂ ਦਾ ਮਿਲਦਾ ਹੈ ਜੀ। 129 ਸਾਲ ਪੁਰਾਣੀ ਕੰਪਨੀ ਵਿੱਚ ਮੈਂ ਰਿਸਰਚ ਡਿਵੈਲਪਮੈਂਟ ਸਾਇੰਟਿਸਟ ਰਿਹਾ। ਉਸ ਤੋਂ ਪਹਿਲਾਂ ਮੈਂ ਮੂਲਚੰਦ ਹਸਪਤਾਲ ਦਿੱਲੀ ਹੁੰਦਾ ਸੀਗਾ, ਹਾਂਜੀ, ਲਾਲਾ ਮੂਲਚੰਦ ਖੈਰਾਤੀਰਾਮ ਹਸਪਤਾਲ ਜਿਹੜਾ ਪਹਿਲਾਂ ਜੀ ਜੀ ਵੈਸਟ ਪਾਕਿਸਤਾਨ 'ਚ ਹੁੰਦਾ ਸੀ, ਉਸੇ ਦੀ ਬ੍ਰਾਂਚ ਉੱਥੇ ਸੀਗੀ ਜਿੱਥੇ ਐਲੋਪੈਥਿਕ ਔਰ ਆਯੁਰਵੇਦ ਦਾ ਇਕੱਠਾ ਚੱਲਦਾ ਸੀਗਾ। 60 ਬੈੱਡ ਦਾ ਐਲੋਪੈਥਿਕ ਆਯੁਰਵੇਦ ਦਾ ਹਸਪਤਾਲ ਸੀ ਉੱਥੇ, ਜਿੱਥੇ ਮੈਂ ਡਾਕਟਰ ਦੀਪਕ ਚੋਪੜਾ ਦੇ ਫਾਦਰ ਦੇ ਨਾਲ ਕੰਮ ਕੀਤਾ। ਅੱਜ ਦੀ ਡੇਟ 'ਚ ਦੀਪਕ ਚੋਪੜਾ ਨਿਊ ਏਜ ਗੁਰੂ ਮੰਨਿਆ ਜਾਂਦਾ ਅਮਰੀਕਾ ਵਿੱਚ, ਕੈਨੇਡਾ, ਇੰਗਲੈਂਡ, ਹਰ ਜਗ੍ਹਾ ਦੇਖੋ। ਹੀ ਇਜ਼ ਦ ਨੈਸ਼ਨਲ ਬੈਸਟਸੈਲਰ ਆਥਰ ਆਫ ਦੋਜ਼ ਬੁੱਕਸ ਵਿਚ ਆਰ ਇਨ ਕਨੈਕਟਿੰਗ ਸਪਿਰਿਚੁਅਲਿਟੀ ਐਂਡ ਹੈਲਥ ਕੇਅਰ। ਉਹਨਾਂ ਦੇ ਨਾਲ ਸੀ ਕੰਮ ਕਰਦਾ, ਤੇ ਉਹਨਾਂ ਹੀ ਦੀਪਕ ਚੋਪੜਾ ਦੇ ਫਾਦਰ ਦੀ ਮੈਂ ਗੱਲ ਕਰ ਰਿਹਾ ਜੀ, ਕਰਨਲ ਖੇਲ ਚੋਪੜਾ, ਜਿਨ੍ਹਾਂ ਕੋਲ ਇੱਕ ਦਿਨ ਦੀਪਕ ਚੋਪੜਾ ਵੀ ਆਇਆ ਸੀ। ਕਹਿੰਦਾ ਡੈਡ ਮੈਂ ਆਈ ਐਮ ਨਾਟ ਹੈਪੀ ਜਿਹੜਾ ਮੈਂ ਕਰ ਰਿਹਾ ਨਾ। ਐਂਡੋਕ੍ਰਾਈਨੋਲੋਜੀ ਕੀਤੀ ਮੈਂ ਬੋਸਟਨ ਤੋਂ, ਹਾਰਵਰਡ ਤੋਂ ਪੜ੍ਹ ਕੇ, ਪਹਿਲਾਂ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਇੰਡੀਆ ਪੜ੍ਹਿਆ ਸੀ, ਉਹ ਤੋਂ ਬਾਅਦ ਉਹ ਬੋਸਟਨ ਤੋਂ ਉਹਨੇ ਮਾਸਟਰਸ ਕੀਤੀ। ਘਰ ਆ ਕੇ ਇੱਕ ਦਿਨ ਫਾਦਰ ਨੂੰ ਕਹਿੰਦਾ ਮੈਂ ਜੋ ਕਰ ਰਿਹਾ ਨਾ ਮੈਨੂੰ ਖੁਸ਼ੀ ਨਹੀਂ ਹੈ ਅੰਦਰੋਂ ਦਿਲੋਂ। ਉਹਦੇ ਫਾਦਰ ਨੇ ਕਿਹਾ ਕਾਕਾ ਇਹ ਜਿਹੜਾ ਨਾ ਆਯੁਰਵੇਦ ਮੇਰੇ ਹਸਪੀਟਲ 'ਚ ਚੱਲਦਾ ਹੈ, ਮੂਲਚੰਦ ਹਸਪਤਾਲ ਦੇ ਅੰਦਰ, ਇੱਥੇ ਮੈਂ ਦੇਖਿਆ ਬਹੁਤ ਚੰਗੇ ਰਿਜ਼ਲਟ ਹੈ। ਹਾਂਜੀ, ਤੇ ਉਹਨਾਂ ਨੇ ਉਹਨੂੰ ਰਾਹ ਪਾਈ ਕਿ ਜਾ ਤੂੰ ਇਹ ਕਿਤਾਬਾਂ ਪੜ੍ਹ, ਇਹ ਸਮਝ ਇਹ ਸਾਡੀ ਜਿਹੜੀ ਸ਼ਾਸਤਰਾਂ ਦੀ ਵਿੱਦਿਆ ਹੈ ਨਾ 5000 ਸਾਲ ਪੁਰਾਣੀ, ਜਿਹੜੀ ਸਾਡੇ ਬਾਬਿਆਂ ਨੇ ਵੀ ਪ੍ਰਮੋਟ ਕੀਤੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਗਰ ਕੋਟ ਤੁਸੀਂ ਸੁਣੋ ਤੇ ਪੰਜ ਤੱਤ ਸ਼ਰੀਰਾਂ ਦੀ ਗੱਲ ਕਰਦੇ ਹੈ ਨਾ ਗੁਰਬਾਣੀ 'ਚ, ਉਹ ਪੰਜ ਤੱਤ ਸ਼ਰੀਰ 5 ਐਲੀਮੈਂਟ ਕਨਸੈਪਟ ਵਿਚ ਇਜ਼ 에ਅਰ, ਫਾਇਰ, ਵਾਟਰ, ਅਰਥ ਐਂਡ ਈਥਰ, ਆਕਾਸ਼, ਵਾਯੂ, ਅਗਨੀ, ਜਲ ਤੇ ਪ੍ਰਿਥਵੀ। ਇਹ ਸਾਰਾ ਇਤਿਹਾਸ ਗਵਾਹ ਹੈ ਕਿ ਚਿਕਿਤਸਾ ਦੇ ਇਤਿਹਾਸ 'ਚ ਮੈਂਸ਼ਨ ਕੀਤਾ ਗਿਆ ਹੈ। 5 ਐਲੀਮੈਂਟ ਥਿਓਰੀ ਔਰ ਪੰਜ ਤੱਤ ਸ਼ਰੀਰਾਂ ਨੂੰ ਤੁਸੀਂ ਨਾ ਮਾਡਰਨ ਐਟੋਮਿਕ ਥਿਓਰੀ ਨਾਲ ਕੰਬਾਈਨ ਕਰੋ ਜ਼ਰਾ। ਅਗਰ ਮਾਡਰਨ ਐਟੋਮਿਕ ਥਿਓਰੀ ਦੇਖਦੇ ਹੋ, ਉਹਦੇ ਕਹਿੰਦਾ ਹੈ ਇਫ ਯੂ ਲੁੱਕ ਇਨਟੂ ਦ ਸਟਰਕਚਰ ਆਫ ਐਟਮ ਵਿਚ ਕੰਟੇਨਸ ਨਿਊਟਰੋਨਸ ਐਂਡ ਪ੍ਰੋਟੋਨਸ ਵਿਚ ਕੈਰੀ weight ਐਂਡ ਮਾਸ, ਦੈਟ ਇਜ਼ ਅਰਥ ਐਲੀਮੈਂਟ ਅਕੋਰਡਿੰਗ ਟੂ ਆਯੁਰਵੇਦਾ। ਦੂਜਾ ਕਹਿੰਦਾ ਹੈ ਜਿਹੜਾ ਐਟਮ ਹੈ ਉਹਦੇ ਇਲੈਕਟ੍ਰੋਨ ਆਰਬਿਟ 'ਚ ਘੁੰਮਦਾ ਹੈ, ਦੈਟ ਮੂਵਮੈਂਟ ਇਜ਼ ਬਿਕਾਜ਼ ਆਫ ਦ ਏਅਰ ਐਲੀਮੈਂਟ। ਜੀ, ਫਿਰ ਅਸੀਂ ਕਹਿੰਦੇ ਹਾਂ ਦੇयर इज अ डिस्टेंस बिटवीन न्यूट्रॉन्स एंड इलेक्ट्रॉन। इलेक्ट्रॉन ऑर्बिट 'ਚ ਘੁੰਮਦਾ ਹੈ, ਨਿਊਟਰਨ ਪ੍ਰੋਟੋਨ ਸੈਂਟਰ 'ਚ ਪਿਆ ਹੈ। ਦ ਡਿਸਟੈਂਸ ਬਿਟਵੀਨ ਦ ਟੂ ਇਜ਼ ਈਥਰ ਐਲੀਮੈਂਟ, ਆਕਾਸ਼ ਜਿਹਨੂੰ ਕਹਿੰਦੇ ਹਾਂ ਅਸੀਂ। ਫਿਰ ਅਸੀਂ ਕਹਿੰਦੇ ਹਾਂ ਕਿ ਇਟ ਇਜ਼ ਗੋਟ ਐਨਰਜੀ, ਉਹ ਐਨਰਜੀ ਜਾਂ ਇਨਰਸ਼ੀਆ ਉਹ ਫਾਇਰ ਦਾ ਐਲੀਮੈਂਟ ਹੈ ਜੀ। ਫਿਰ ਅਸੀਂ ਕਹਿੰਦੇ ਹਾਂ ਕਿ ਜਿਹੜਾ ਵਾਹ ਗਤੀ ਗੰਧਨ ਓ ਵਿਚ ਮੀਨਸ ਦ ਵਨ ਵਿਚ ਮੂਵਸ ਇਜ਼ ਦ ਏਅਰ। ਇਲੈਕਟ੍ਰੋਨ ਕੰਟੀਨਿਊਸਲੀ ਆਰਬਿਟ 'ਚ ਘੁੰਮੀ ਜਾਂਦਾ ਬਿਕਾਜ਼ of the air element. Any kind of movement in the macrocosmos happens because of the air element. The moisture content of the atom or humidity is water element. ਤੁਸੀਂ ਪੰਜ ਐਲੀਮੈਂਟ ਔਰ ਮਾਡਰਨ ਐਟੋਮਿਕ ਥਿਓਰੀ ਇਕੱਠੀ ਰੱਖ ਦਿਓ। We are talking about the same thing with different expression. ਅੱਜ ਦੀ ਡੇਟ 'ਚ ਮਾਡਰਨ ਡੇ ਸਾਇੰਟਿਸਟ ਨੇ 400 ਸਾਲਾਂ ਪਹਿਲੇ ਉਹਨੂੰ ਮਾਡਰਨ ਐਟੋਮਿਕ ਥਿਓਰੀ ਕਹਿ ਦਿੱਤਾ ਅੰਗਰੇਜ਼ੀ ਭਾਸ਼ਾ ਵਿੱਚ, ਜਿਹੜੀ ਭਾਸ਼ਾ ਵੀ ਆਪਣੇ ਆਪ 'ਚ ਕੰਪਲੀਟ ਨਹੀਂ ਹੈਗੀ, ਕਿਉਂਕਿ ਸੰਸਕ੍ਰਿਤ ਇਜ਼ ਦ ਮਦਰ ਟੰਗ ਆਫ ਆਲ ਦ ਲੈਂਗੁਏਜਸ। ਤੇ 5 ਮਾਡਰਨ ਐਟੋਮਿਕ ਥਿਓਰੀ ਔਰ 5 ਐਲੀਮੈਂਟ ਥਿਓਰੀ ਦਾ ਕੰਪੈਰੀਜ਼ਨ ਕਰੋ ਤੇ ਤੁਹਾਨੂੰ ਪਤਾ ਲੱਗਦਾ ਯਾਰ ਇਹ ਤਾਂ ਉਹੀ ਗੱਲ ਦੂਸਰੇ ਤਰੀਕੇ ਨਾਲ ਕਹਿ ਰਹੇ ਆ ਬਸ। ਜੀ ਬਿਲਕੁਲ, ਦਿਸ ਇਜ਼ ਆਵਰ ਪ੍ਰਾਈਡ ਹਿਸਟਰੀ ਐਂਡ ਕਲਚਰ। ਇਹ ਬੇਸਿਕ ਐਗਜ਼ਾਮਪਲ ਹੈ ਹਿਸਟਰੀ ਆਫ origin of evolution ਔਰ ਹੈਲਥ ਕੇਅਰ ਸਿਸਟਮ ਦਾ। ਜਿਵੇਂ ਗੱਲ ਕਰਦੇ ਆ ਆਯੁਰਵੇਦਾ ਦੀ, ਤੇ ਆਯੁਰਵੇਦਾ ਦੇ ਵਿੱਚ ਕਿਸ ਤਰ੍ਹਾਂ ਦੇ ਇਲਾਜ ਕੀਤੇ ਜਾ ਸਕਦੇ, ਹਰ ਇੱਕ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ ਜਾਂ ਕੁਝ ਕ੍ਰਾਈਟੇਰੀਆ? ਜੀ, ਜਿਸ ਤਰ੍ਹਾਂ ਕਿ ਮੈਂ ਕਿਹਾ ਆਯੁਰਵੇਦ ਦਾ ਇਤਿਹਾਸ 5000 ਸਾਲ ਪੁਰਾਣਾ ਹੈਗਾ। ਚਿਕਿਤਸਾ ਦਾ ਇਤਿਹਾਸ ਚਾਈਨੀਜ਼ ਮੈਡੀਸਿਨ ਤੋਂ ਵੀ ਪੁਰਾਣਾ ਹੈਗਾ ਜੀ। ਅਗਰ ਤੁਸੀਂ ਅੱਜ ਦੇ ਡਿਜ਼ੀਜ਼ ਪ੍ਰੋਸੈਸ ਨੂੰ ਦੇਖਦੇ ਹੋ, ਬਿਮਾਰੀਆਂ ਜਿਹੜੀਆਂ 100% ਨੇ ਨਾ, ਉਹਨਾਂ ਵਿੱਚੋਂ 70% ਬਿਮਾਰੀਆਂ ਐਸੀਆਂ ਨੇ ਜਿਹੜੇ ਲਾਈਫ ਸਟਾਈਲ ਡਿਸਆਰਡਰਸ ਨੇ, ਜਿਹੜੇ ਆਟੋ ਇਮਿਊਨ ਡਿਸਆਰਡਰਸ ਨੇ, ਉਹ ਸਾਰੇ ਅਸੀਂ ਆਯੁਰਵੇਦ ਦੇ ਨਾਲ ਠੀਕ ਕਰ ਸਕਦੇ ਹਾਂ ਜੀ। ਆਹਾਰ, ਵਿਹਾਰ ਔਰ ਵਿਚਾਰ ਤਿੰਨੋਂ ਚੀਜ਼ਾਂ ਠੀਕ ਕਰ ਲਈਏ ਤੇ ਆਯੁਰਵੇਦ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ। ਉਹਦੇ ਨਾਲ ਜੜੀ ਬੂਟੀਆਂ ਦੇ ਅਚੂਕ ਨੁਸਖੇ, 40,000 ਨੁਸਖਿਆਂ ਦਾ ਫਾਰਮੂਲੇਸ਼ਨ ਹੈਗਾ। ਸਾਡੇ ਬਾਬਿਆਂ ਨੇ ਹਜ਼ਾਰਾਂ ਸਾਲ ਪਹਿਲਾਂ ਲਿਖ ਦਿੱਤਾ ਸੀ, ਅਸੀਂ ਵੈਲਿਊ ਨਹੀਂ ਕਰਦੇ ਆਪਣੀ ਚੀਜ਼ਾਂ ਨੂੰ। ਤੇ ਉਸ ਤੋਂ ਬਾਅਦ ਜਿਹੜਾ ਹੈ ਇਹ 70% ਬਿਮਾਰੀਆਂ ਉਹਦੇ ਨਾਲ ਠੀਕ ਹੋ ਜਾਂਦੀਆਂ ਜੀ, ਇੰਕਲੂਡਿੰਗ ਅੱਜ ਦੀਆਂ ਨਵੀਆਂ ਬਿਮਾਰੀਆਂ ਵੀ ਜਿਹੜਾ ਅਸੀਂ ਕਲੇਮ ਕਰਨਾ ਠੀਕ ਨਹੀਂ ਹੁੰਦੀਆਂ। ਕੈਂਸਰ ਦੇ ਪੇਸ਼ੈਂਟ ਇੰਨੇ ਲਾਈਨ ਲਗਾ ਕੇ ਆਉਂਦੇ, ਮੈਂ ਥੱਕ ਜਾਂਦਾ, ਬਲੈਂਕ ਚੈੱਕ ਭੇਜਦੇ ਲੋਕ ਠੀਕ ਹੋ ਜਾਂਦੇ। ਤਾਂ ਕੈਂਸਰ ਦੇ ਜੀ ਪੈਨਕ੍ਰੀਆਟਿਕ ਕੈਂਸਰ, ਟਰਮੀਨਲ ਇਲਨੈਸ। ਜਿਵੇਂ ਆਪਾਂ ਕੈਂਸਰ ਦੀ ਗੱਲ ਕੀਤੀ ਹੈ ਤੇ ਕੈਂਸਰ ਤੇ ਵੀ ਆਪਾਂ ਗੱਲਬਾਤ ਕਰਾਂਗੇ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਜਿਹੜਾ ਹੈ, ਪੰਜਾਬ ਦੇ ਵਿੱਚ ਜੇ ਪਰਸੈਂਟੇਜ ਦੇਖੀਏ ਤਾਂ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਪਰਸੈਂਟੇਜ ਪੰਜਾਬ 'ਚ ਹੈ ਕੈਂਸਰ ਦੀ, ਕਿਉਂਕਿ ਉਹਦੇ ਪਿੱਛੇ ਕਈ ਕਾਰਨ ਹੈ। ਮੈਂ ਉੱਥੇ ਇੱਕ ਡਾਕੂਮੈਂਟਰੀ ਬਣਾਈ ਹੈ ਜਿਹਦੇ ਵਿੱਚ ਉੱਥੋਂ ਦਾ ਪਾਣੀ ਜਿਹੜਾ ਪੋਲਿਊਟਡ ਹੋ ਗਿਆ, ਜਿਹੜੀ ਇੰਡਸਟਰੀ ਹੈ, ਇੰਡਸਟਰੀ ਦਾ ਸਾਰਾ ਕੈਮੀਕਲ ਜਿਹੜਾ ਉਹ ਉਹਨਾਂ ਦੇ ਵਿੱਚ ਜਾ ਰਿਹਾ ਖੇਤਾਂ 'ਚ। ਲੇਕਿਨ ਇੱਥੋਂ ਦੀ ਗੱਲ ਕਰਾਂਗਾ ਮੈਂ ਇੰਗਲੈਂਡ ਦੀ। ਇੰਗਲੈਂਡ ਦੇ ਵਿੱਚ ਆਮ ਤੌਰ 'ਤੇ ਇੱਥੋਂ ਦੇ ਤੁਸੀਂ ਵੈਦਰ ਦੀ ਗੱਲ ਕਰ ਲਓ, ਕੁਛ ਡੈਂਪ ਜ਼ਿਆਦਾ ਜਾਂ ਕੁਛ ਕਾਰਨਾਂ ਕਰਕੇ ਇੱਥੇ ਆਮ ਤੌਰ 'ਤੇ ਜਿਹੜੇ ਗੋਡੇ ਆ ਜਾਂ ਗਿੱਟੇ ਆ ਜਾਂ ਬੈਕ ਆ, ਇਹਨਾਂ ਵਿੱਚ ਬੜੀ ਦਰਦਾਂ ਰਹਿੰਦੀਆਂ। ਆਮ ਸਾਡੇ ਜਿਹੜੇ ਇੱਥੋਂ ਦੇ ਵਿਊਵਰਸ ਜਿਹੜਾ ਜਾਂ ਪੇਸ਼ੈਂਟ ਹੈ
ਇਹ ਆਮ ਹੀ ਅਸੀਂ ਕਿਉਂਕਿ ਹੈਲਥ ਦੀ ਗੱਲ ਕਈ ਵਾਰੀ ਕਰਦੇ ਹੁੰਦੇ ਆ ਤੇ ਫੋਨ ਬਹੁਤ ਜ਼ਿਆਦਾ ਹੁੰਦੇ ਆ ਵੀ ਗਿੱਟਿਆਂ 'ਚ ਦਰਦ ਆ, ਗੋਡਿਆਂ 'ਚ ਦਰਦ ਆ ਜਾਂ ਬੈਕ 'ਚ ਦਰਦ ਹੈ, ਜੋੜਾਂ 'ਚ ਦਰਦ ਹੈ, ਇਹਦੇ ਕੀ ਕਾਰਨ ਨੇ, ਇੱਥੇ ਜ਼ਿਆਦਾ ਦਰਦਾਂ ਕਿਉਂ ਨੇ ਤੇ ਇਲਾਜ ਕੀ ਹੋ ਸਕਦਾ? ਦੇਖੋ ਆਯੁਰਵੇਦ ਦੇ ਪ੍ਰਿੰਸੀਪਲ ਦੇ ਹਿਸਾਬ ਨਾਲ ਨਾ ਅਸੀਂ 3 ਦੋਸ਼ ਮੰਨਿਆ, ਵਾਤ, ਪਿੱਤ ਤੇ ਕਫ। ਹਾਂਜੀ, ਇਹ ਜਿਹੜੇ ਦੇਸ਼ ਨੇ ਠੰਡੇ ਦੇਸ਼, ਜਿੱਥੇ ਹਵਾ 'ਚ ਵੀ ਇੱਕ ਰੁਖਾਵਟ ਹੈਗੀ ਹੈ। ਹਾਂਜੀ, ਉਹ ਰੁਖਤਾ ਹੋਰ ਠੰਡਾਪਨ ਜਿਹੜਾ ਨਾ ਉਹ ਵਾਯੂ ਦਾ ਵਿਕਾਰ ਹੈਗਾ। ਹਾਂਜੀ, ਮੇਰਾ ਮਤਲਬ ਮੈਂ ਇਹ ਕਹਿ ਰਿਹਾ ਕਿ ਦੇਸ਼ ਹੀ ਪੂਰੇ ਵਾਯੂ ਵਿਕਾਰ ਨਾਲ ਪੀੜਿਤ ਹੈਗਾ। ਠੀਕ ਹੈ, 2 ਤਰ੍ਹਾਂ ਦੇ ਦੇਸ਼ ਨੇ, ਅਨੂਪ ਦੇਸ਼ ਔਰ ਜੰਗਲ ਦੇਸ਼। ਹਾਂਜੀ, ਤੇ ਜੋ ਵੀ ਸਾਡੇ ਅੰਦਰ ਹੁੰਦਾ ਉਹ ਹੀ ਬਾਹਰ ਹੁੰਦਾ ਹੈ। ਯਤ ਪਿੰਡੇ ਤਤ ਬ੍ਰਹਮਾਂਡੇ। ਹਾਂ ਬਿਲਕੁਲ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਹੈ ਨਾ। ਉਹੀ ਗੱਲ ਜਿਹੜੀ ਬਾਬਾ ਜੀ ਨੇ ਉਸ ਭਾਸ਼ਾ 'ਚ ਕਹੀ ਹੈ। ਹਾਂਜੀ, ਤੇ ਉਹ ਗੱਲਾਂ ਉਹ ਬਾਬਾ ਜੀ ਨੇ ਇਦਾਂ ਨਹੀਂ ਕਹੀਆਂ, ਟਾਈਮ ਟੈਸਟਡ ਨੇ, ਉਹਨਾਂ ਨੇ ਟਰਾਈ ਕੀਤੀਆਂ ਨੇ। ਉਹ ਕਹਿੰਦੇ ਇਹ ਤਾਂ 5000 ਸਾਲ ਪੁਰਾਣਾ ਇਤਿਹਾਸ ਹੈਗਾ, ਟਰਾਈਡ ਟੈਸਟਡ ਹੈ। ਤੁਸੀਂ ਅੱਜ ਦੀ ਰਿਸਰਚ ਦੀ ਗੱਲ ਕਰਦੇ ਹੋ, 400 ਸਾਲ ਹੋਏ ਨਹੀਂ ਤੁਹਾਨੂੰ ਪੈਦਾ ਹੋਇਆ ਨੂੰ, ਮਾਡਰਨ ਡੇ ਸਾਇੰਟਿਸਟ ਨੂੰ। ਜੀ ਜੀ, ਠੀਕ ਹੈ। ਤੇ ਮੈਂ ਇਹ ਕਹਿਣਾ ਚਾਹ ਰਿਹਾ ਕਿ ਉਹ ਜੋ ਲਿਖਿਆ ਨਾ ਉਹਦੇ ਹਿਸਾਬ ਨਾਲ ਇਹ 5 ਮਹਾਭੂਤ ਜਿਹੜੇ ਨੇ, ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ, ਅਸੀਂ ਸ਼ੁਰੂ ਚ ਕੇ ਇਹ 5 ਕੰਬਾਈਨ ਕਰਕੇ 3 ਵਾਈਟਲ ਫੋਰਸਸ ਬਣਾਉਂਦੇ ਬੋਡੀ ਚ, ਵਾਤ, ਪਿੱਤ ਔਰ ਕਫ। ਹਾਂਜੀ, ਕੁਝ ਲੋਕ ਜ਼ਿਆਦਾ ਵਾਤ ਹੈ, ਕੁਝ ਪਿੱਤ ਹੈ, ਕੁਝ ਕਫ ਹੈ। ਜੇ ਵਾਤ ਵਿਕਾਰ ਜੇ ਵਾਤਾਵਰਣ ਚ ਜ਼ਿਆਦਾ ਹੋਊਗਾ, ਕੰਟਰੀ ਵਾਤਾ ਡੋਮੀਨੇਟਡ ਹੈ ਤੇ ਬੰਦਿਆਂ ਨੂੰ ਇਫੈਕਟ ਕਰਦੀ ਹੈ। ਹਾਂਜੀ, ਠੰਡਾ ਵਾਤਾਵਰਣ ਹੈ ਇਸ ਕਰਕੇ ਤੁਹਾਨੂੰ ਜੋੜਾਂ 'ਚ ਦਰਦ ਹੁੰਦਾ ਹੈ। ਅੱਛਾ ਜੀ, ਡਰਾਈਨੈਸ ਹੈਗੀ ਹੈ ਇਸ ਕਰਕੇ ਜੋੜਾਂ 'ਚ ਦਰਦ ਹੁੰਦਾ ਹੈ। ਡਰਾਈਨੈਸ ਕੀ ਕਰਦੀ ਹੈ? ਤੁਹਾਡੀਆਂ ਹੱਡੀਆਂ ਵੀ ਸੁਕਾਉਂਦੀ ਹੈ, ਤੁਹਾਡੇ ਮਸਲ ਵੀ ਸੁਕਾਉਂਦੀ ਹੈ। ਸੋ ਦੈਟਸ ਵਾਈ ਇਟ ਹੈਪਨਸ। ਹਾਂਜੀ, ਤੇ ਇਸ ਕਰਕੇ ਵਾਤ ਸ਼ਾਮਕ ਚਿਕਿਤਸਾ ਜਿੰਨੀ ਵੀ ਆਪਾਂ ਕਰਾਂਗੇ ਇਹਦੇ 'ਚ ਉਹ ਸਾਰੇ ਨੂੰ ਕੰਮ ਕਰੇਗੀ। ਜੀ ਜੀ, ਤੇ ਜਿਵੇਂ ਆਮ ਤੌਰ ਤੇ ਪੰਜਾਬੀ ਚ ਕਹਿੰਦੇ ਵਾਈਵਾਦੀ ਹੋ ਗਈ ਹੈ। ਵਾਈਵਾਦੀ ਉਹ ਸ਼ਬਦ ਵਾਯੂ ਤੋਂ ਹੀ ਆਇਆ ਹੈ। ਅੱਛਾ ਜੀ, ਦੇਖੋ ਸ਼ਬਦ ਵਾਤ ਜਿਹੜਾ ਹੈ ਸੰਸਕ੍ਰਿਤ ਦਾ ਸ਼ਬਦ ਹੈ, ਵਾਈ ਔਰ ਬਾਦੀ ਕਿੱਥੋਂ ਆਇਆ? ਪੰਜਾਬੀ ਚ ਸੰਸਕ੍ਰਿਤ ਤੋਂ ਆਇਆ। ਹਾਂਜੀ ਹਾਂਜੀ, ਤੇ ਇਸ ਕਰਕੇ ਵਾਈਵਾਦੀ ਅੱਜ ਕਹੀ ਜਾਂਦੇ ਆ, ਪਤਾ ਹੈ ਨਹੀਂ ਕੀ ਹੈਗੀ ਵਾਈਵਾਦੀ। ਅੱਜ ਦੇ ਬੱਚੇ ਨੂੰ ਪੁੱਛੋ ਵਾਈਵਾਦੀ ਕੀ ਹੁੰਦੀ, ਉਹ ਹੱਸਦਾ, ਕਹਿੰਦਾ ਉਹ ਦਾਦੀ ਤੂੰ ਕੀ ਕਹੀ ਜਾਂਦੀ ਹੈ, ਪਤਾ ਨਹੀਂ ਕਿਹੜਾ ਵਰਡ ਬੋਲਦੀ ਹੈ ਤੂੰ। ਹਾਂਜੀ, ਉਹ ਬੇਵਕੂਫ ਨੂੰ ਇਹ ਨਹੀਂ ਪਤਾ ਵੈਬਸਟਰ ਡਿਕਸ਼ਨਰੀ ਜਦੋਂ ਪੈਦਾ ਵੀ ਨਹੀਂ ਸੀ ਹੋਈ ਨਾ, ਵਾਈਵਾਦੀ ਤੇਰੀ ਦਾਦੀ ਨੇ ਉਹ ਤਾਂ ਪੜ੍ਹ ਲਈ ਸੀ। ਜੀ ਆਪਾਂ ਇੱਕ ਕੋਲ ਲੈ ਲਈਏ ਜੀ, ਸਾਡਾ ਕੋਲਰ ਜੁੜ ਚੁੱਕਿਆ ਜੀ। ਜੀ ਆਇਆਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿ ਖਾਲਸਾ ਵਾਹਿ ਫਤਿਹ। ਦਿਲਬਾਗ ਸਿੰਘ ਜੀ, ਮੈਂ ਗੁਰਦੀਪ ਸਿੰਘ ਸ਼ਾਨ ਬੋਲ ਰਿਹਾ ਜੀ। ਜੀ ਗੁਰਦੀਪ ਸਿੰਘ ਸ਼ਾਨ ਜੀ, ਬਹੁਤ ਧੰਨਵਾਦ ਤੁਹਾਡਾ। ਜੀ ਆਇਆਂ ਨੂੰ। ਸਵੇਰ ਦੇ ਪਹਿਲੇ ਸ਼ੋਅ 'ਚ ਵੀ ਤੁਹਾਡੀ ਗੱਲਬਾਤ ਹੋ ਰਹੀ ਸੀ। ਬੜੇ ਇਹ ਸਾਡੇ ਪੰਥ ਦੇ ਜਿਹੜੇ ਵਿਦਵਾਨ ਵੀ ਹੈ ਔਰ ਇਹ ਕੀਰਤਨ ਦੀ ਬੜੀ ਮਹਾਨਤਾ ਇਹਨਾਂ ਦੇ ਵਿੱਚ, ਸਤਿਗੁਰੂ ਕਲਾਸੀਕਲ ਕੀਰਤਨੀਆਂ ਹੈ ਜੀ। ਅੱਛਾ ਅੱਛਾ ਅੱਛਾ, ਤੇ ਜੀ ਹਾਂਜੀ ਭਾਈ ਸਾਹਿਬ ਜੀ, ਗੁਰਦੀਪ ਸਿੰਘ ਜੀ ਕੀ ਕਹਿਣਾ ਚਾਹੋਗੇ? ਮੈਂ ਡਾਕਟਰ ਸਾਹਿਬ ਨੂੰ ਪਹਿਲਾਂ ਤੇ ਬਹੁਤ ਬਹੁਤ ਧੰਨਵਾਦ ਕਰਦਾ, ਜੀ ਆਇਆਂ ਨੂੰ ਕਹਿਣਾ ਇਹਨਾਂ ਨੂੰ। ਜੀ ਆਏ ਭਾਵੇਂ ਲੇਟ ਹੀ ਨੇ, ਪਰ ਮੈਂ ਇੱਕ ਬੇਨਤੀ ਕਰਨੀ ਸੀ ਕਿ ਮੇਰੀ ਨਾ ਵਾਈਫ ਦੀਆਂ ਅੱਡੀਆਂ 'ਚ ਬਹੁਤ ਦਰਦ ਰਹਿੰਦੀ ਹੈ ਜੀ, ਤੇ ਉਹਦਾ ਕੀ ਇਲਾਜ ਹੋ ਸਕਦਾ? ਜੀ ਦੇਖੋ, ਇੱਕ ਤਾਂ ਸਭ ਤੋਂ ਵੱਡੀ ਗੱਲ, ਅੱਡੀਆਂ 'ਚ ਦਰਦ ਰਹਿੰਦੀ ਹੈ ਨਾ, ਉਹਨਾਂ ਦੀ ਉਮਰ ਕਿੰਨੀ ਹੈ? ਕਰੀਬ 45 ਸਾਲ। ਵੇਟ ਕਿੰਨਾ ਉਹਨਾਂ ਦਾ? ਵੇਟ ਹੋਣਾ ਜੀ 70 ਕਿਲੋ। ਜ਼ਿਆਦਾ ਹੈਗਾ ਵੇਟ ਨਾ, ਉਹਦੇ ਕਰਕੇ ਵੀ ਹੱਡੀ ਤੇ ਪ੍ਰੈਸ਼ਰ ਜ਼ਿਆਦਾ ਪੈ ਰਿਹਾ ਹੈਗਾ। ਕਈ ਵਾਰੀ ਹੱਡੀ 'ਚ ਨਾ ਕੀ ਹੁੰਦਾ, ਬੋਨਸ ਪਰ ਜਿੱਦਾਂ ਦੀ ਕੰਡੀਸ਼ਨ ਹੋ ਜਾਂਦੀ ਹੈ, ਹੱਡੀ ਤੇ ਕੈਲਸੀਫਿਕੇਸ਼ਨ ਹੋਣੀ ਚਾਲੂ ਹੋ ਜਾਂਦੀ ਹੈ। 45 ਸਾਲ ਦੀ ਉਮਰ 'ਚ ਕਈ ਵਾਰੀ ਟ੍ਰਾਂਜੀਸ਼ਨਲ ਫੇਜ਼ ਹੁੰਦਾ ਹੈ। ਲੇਡੀਜ਼ ਦੇ ਮੈਨੋਪੌਜ਼, ਪ੍ਰੀ ਮੈਨੋਪੌਜ਼ ਵਿੱਚ ਵੀ ਆਸਟੀਓਪੋਰੋਸਿਸ ਹੋਣਾ ਚਾਲੂ ਹੁੰਦਾ ਹੈ। ਤੁਸੀਂ ਉਹਨਾਂ ਨੂੰ ਕਹੋ ਇੱਕ ਤਾਂ ਗਰਮ ਪਾਣੀ ਔਰ ਠੰਡੇ ਪਾਣੀ 'ਚ ਆਲਟਰਨੇਟ ਸਿਕਾਈ ਕਰਨੀ ਹੈ। 2 ਮਿੰਟ ਬਹੁਤ ਤੱਤੇ ਪਾਣੀ 'ਚ ਪਾਇਆ ਪੈਰ ਤੇ 2 ਮਿੰਟ ਠੰਡੇ ਪਾਣੀ 'ਚ। ਠੀਕ ਹੈ, ਉਹਦੇ ਨਾਲ ਉਹਦੀ ਕ੍ਰਿਸਟਲਾਈਜੇਸ਼ਨ ਜੇ ਹੋ ਰਹੀ ਹੈ ਉਹ ਟੁੱਟ ਜਾਊਗੀ ਕੈਲਸ਼ੀਅਮ ਦੀ ਉਹਦੇ ਉੱਤੇ ਹੱਡੀ ਤੇ। ਦੂਜਾ, ਤਿਲਾਂ ਦੇ ਤੇਲ ਇੱਥੇ ਮਿਲਦਾ, ਉਹਦੀ ਰੈਗੂਲਰ ਗਰਮ ਕਰਕੇ ਉਹਦੀ ਮਾਲਿਸ਼ ਕਰੋ, ਉਹਦੇ ਨਾਲ ਫਾਇਦਾ ਹੋਏਗਾ। ਤੀਜਾ, ਇੱਕ ਆਯੁਰਵੈਦਿਕ ਦਵਾਈ ਹੁੰਦੀ ਹੈ ਗੁੱਗਲ ਯੋਗ ਦੇ ਨਾਂ ਤੋਂ। ਗੁੱਗਲ ਤੁਸੀਂ ਸੁਣਿਆ ਹੋਣਾ, ਜਿਹੜਾ ਅਸੀਂ ਹਵਨ, ਧੂਪ, ਸਮੱਗਰੀ ਕਈ ਜਗ੍ਹਾ ਜਲਾਉਂਦੇ ਆ। ਆਯੁਰਵੇਦ 'ਚ ਨਾ ਉਹਦੇ ਗੁੱਗਲ ਦੀਆਂ ਮੈਡੀਕੇਟਡ ਦਵਾਈਆਂ ਮਿਲਦੀਆਂ। ਉਹ ਵਾਲਾ ਗੁੱਗਲ ਯੂਜ਼ ਨਹੀਂ ਹੁੰਦਾ, ਪਿਊਰੀਫਾਈਡ ਹੁੰਦਾ, ਜੜੀ ਬੂਟੀਆਂ ਦੀ ਦਵਾਈ ਨਾਲ ਬਣਦੀ ਹੈ। ਗੁੱਗਲ ਯੋਗ ਕਹਿੰਦੇ ਉਹਨੂੰ। ਉਹ 2-2 ਗੋਲੀਆਂ ਅਗਰ ਸਵੇਰੇ ਸ਼ਾਮ ਖਾਣ ਤੇ ਜਿਹੜਾ ਨਾ ਉਹਦੇ ਨਾਲ ਫਾਇਦਾ ਹੋਏਗਾ। ਤੁਸੀਂ ਪ੍ਰੋਗਰਾਮ ਤੋਂ ਬਾਅਦ ਫੋਨ ਕਰੋ, ਮੇਰੇ ਕੋਲ ਸ਼ਾਇਦ ਕੁਝ ਹੋਣ ਗਿਆ ਤੇ ਮੈਂ ਤੁਹਾਨੂੰ ਦੱਸ ਦਿਆਂਗਾ, ਤੇ ਤੁਸੀਂ ਉਹ ਉਹਨਾਂ ਨੂੰ ਚਾਲੂ ਕਰੋ। ਔਰ ਜਿਹੜਾ ਮੈਂ ਕਿਹਾ ਗਰਮ ਤਿਲਾਂ ਦਾ ਤੇਲ ਕਰਕੇ ਉਹਦੀ ਮਾਲਿਸ਼ ਕਰਾਓ ਤੇ ਨਾਲ ਠੰਡੇ ਔਰ ਗਰਮ ਪਾਣੀ 'ਚ ਪੈਰਾਂ ਦੀ ਸਿਕਾਈ ਕਰਾਓ। ਪੂਰੇ ਸਰੀਰ ਤੇ ਵੀ ਮੈਂ ਇੱਕ ਹੋਰ ਤਰੀਕਾ ਦੱਸਣਾ ਕਿ ਪੂਰੇ ਸਰੀਰ ਤੇ ਤੁਸੀਂ ਨਹਾਉਣ ਤੋਂ ਬਾਅਦ ਨਾ ਸਵੇਰ ਸਾਬਣ ਨਾਲ ਨਹਾਓ। ਹਾਂਜੀ, ਉਸ ਤੋਂ ਬਾਅਦ ਜਦੋਂ ਪਿੰਡਾ ਹਲੇ ਗਿੱਲਾ ਹੀ ਹੈ, ਤੁਸੀਂ ਤਿਲਾਂ ਦੇ ਤੇਲ ਦੀ ਬੋਟਲ ਬਾਥਰੂਮ 'ਚ ਰੱਖਣੀ ਹੈ। ਹਾਂਜੀ, 1 ਚਮਚਾ ਲੈ ਕੇ ਲੱਤਾਂ ਤੇ ਮਲਣਾ ਪੂਰੇ ਤੇ, ਦੂਸਰਾ ਚਮਚ ਪੂਰੀ ਬਾਡੀ ਤੇ, ਫਰੰਟ ਐਂਡ ਬੈਕ ਐਂਡ ਆਰਮਸ, ਤੀਜਾ ਚਮਚਾ ਬੈਕ ਤੇ। ਪੂਰੀ ਬਾਡੀ ਕੋਟਿਡ ਹੋ ਜਾਣੀ ਚਾਹੀਦੀ ਗਰਮ ਤਿਲਾਂ ਦੇ ਤੇਲ ਦੇ ਨਾਲ। ਉਹ ਤੋਂ ਬਾਅਦ ਦੁਬਾਰਾ ਸ਼ਾਵਰ 'ਚ ਜਾਣਾ ਹੈ, ਬਾਡੀ ਨੂੰ ਮਲਣਾ ਹੈ 2-3 ਮਿੰਟ। ਉਹਦੇ ਨਾਲ ਕੀ ਹੋਏਗਾ, ਤੇਲ ਜਿਹੜਾ ਨਾ ਯੂਨੀਫਾਰਮ ਪੈਟਰਨ ਤੇ ਫੈਲ ਜਾਏਗਾ ਬਾਡੀ ਤੇ। ਇਟ ਵਿਲ ਐਕਟ ਲਾਈਕ ਅ ਇੰਟਰਨਲ ਲਿਬਰੀਕੇਟਡ ਕੋਟਿੰਗ ਔਨ ਦ ਬਾਡੀ ਵਿਚ ਵਿਲ ਹੈਵ ਅ ਥਰਮੋਰੈਗੂਲੇਟਰੀ ਇਫੈਕਟ। ਵਾਹ ਜੀ ਵਾਹ। ਤੇ ਉਹਦੇ ਕਰਕੇ ਇਸ ਠੰਡੇ ਦੇਸ਼ 'ਚ ਤੁਸੀਂ ਬਿਮਾਰ ਨਹੀਂ ਪਾਓਗੇ। ਵਾਹ ਜੀ। ਮੇਰੇ ਅਗਰ ਅੱਜ ਸਿਫਤ ਹੁੰਦੀ,
ਮੈਂ ਕਹਿੰਦਾ ਕਿ ਕਾਸ਼ ਮੈਂ ਆਪਣੀ ਪੂਰੀ ਕਮਿਊਨਿਟੀ ਨੂੰ ਇਹ ਛੋਟਾ ਜਿਹਾ ਨੁਸਖਾ ਅੱਜ ਤੋਂ 50-60 ਸਾਲ ਪਹਿਲੇ ਦੱਸਦਾ ਤੇ ਅੱਜ ਜਿਹੜੀਆਂ ਮੇਰੀਆਂ ਬੁੜੀਆਂ ਜਾਂ ਮੇਰੀ ਦਾਦੀਆਂ ਬਿਮਾਰ ਨੇ ਨਾ ਇਸ ਦੇਸ਼ 'ਚ ਹੁੰਦੀਆਂ ਨਾ। ਵਾਹ ਜੀ ਵਾਹ, ਬੜਾ ਵਧੀਆ ਨੁਕਤਾ ਦੱਸਿਆ ਜੀ। ਤਿਲਾਂ ਦੇ ਤੇਲ ਦੀ ਰੈਗੂਲਰ ਮਾਲਿਸ਼ ਚਾਲੂ ਕਰ ਦਿਓ, ਅੱਜ ਵੀ ਖੂਨ ਦਾ ਦੌਰਾ ਵੱਧ ਜਾਏਗਾ, ਫਿਜ਼ੀਓਲੋਜੀਕਲੀ ਇਮਿਊਨ ਸਿਸਟਮ ਵੱਧ ਜਾਏਗਾ, ਜੋੜਾਂ ਦੇ ਦਰਦਾਂ ਘਟ ਜਾਣਗੀਆਂ। ਹੋਰ ਨਾ ਹੋਏ ਤੇ ਮੈਨੂੰ ਕਹਿ ਲਾ ਮੈਂ ਪ੍ਰੈਕਟਿਸ ਛੱਡ ਦਿਆਂਗਾ ਆਪਣੀ। ਜੀ ਜੀ, ਬਹੁਤ ਵਧੀਆ ਨੁਕਤਾ ਦੱਸਿਆ ਜੀ। ਬਹੁਤ ਧੰਨਵਾਦ ਆਪਣਾ ਗੁਰਦੀਪ ਸਿੰਘ ਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਦੱਸਿਆ ਇਹ ਸਾਰਿਆਂ ਨੂੰ ਆਮ ਤੌਰ ਤੇ ਕਈਆਂ ਨੂੰ ਪ੍ਰੋਬਲਮ ਹੁੰਦੀ ਹੈ, ਜਿਵੇਂ ਅੱਡੀਆਂ ਦੇ ਵਿੱਚ ਦਰਦ ਹੁੰਦੀ ਹੈ ਤੇ ਡਾਕਟਰ ਸਾਹਿਬ ਨੇ ਦੱਸਿਆ ਹੀ ਹੈ ਉਹਦੇ ਵਾਸਤੇ ਇਲਾਜ, ਤੇ ਉਹ ਤੁਸੀਂ ਸਾਰਿਆਂ ਨੇ ਸੁਣੀ ਹੈ। ਜਿਨ੍ਹਾਂ ਦੇ ਵੀ ਅੱਡੀਆਂ 'ਚ ਦਰਦ ਹੋਏ ਉਹ ਇਸ ਤਰ੍ਹਾਂ ਇਲਾਜ ਕਰ ਸਕਦੇ। ਔਰ ਜਿਹੜਾ ਤਿਲਾਂ ਦੀ ਗੱਲ ਕੀਤੀ, ਤਿਲਾਂ ਦੇ ਤੇਲ ਦੀ ਮਾਲਿਸ਼ ਦੀ, ਇਹ ਬੜਾ ਵਧੀਆ ਨੁਕਤਾ ਦੱਸਿਆ ਤੁਸੀਂ। ਉਹਦੇ 'ਚ 5 ਚੀਜ਼ਾਂ ਪੈਂਦੀਆਂ ਜੀ। ਤਿਲਾਂ ਦੇ ਤੇਲ 'ਚ ਕੀ ਹੁੰਦਾ, ਇੱਕ ਹੁੰਦਾ ਸੈਸਮੀ ਨਾ, ਇਹਦੇ 'ਚ ਹੁੰਦਾ ਸੈਲੀਨੀਅਮ। ਸੈਲੀਨੀਅਮ ਇੱਕ ਬ੍ਰੇਨ ਟੌਨਿਕ ਹੈ ਜਿਹੜੀ ਨਸਾਂ ਨੂੰ ਨਾ ਪੁਸ਼ਟੀ ਕਰਦਾ ਹੈਗਾ। ਤੁਸੀਂ ਸਕਿਨ ਬੀਇੰਗ ਦ ਲਾਰਜੈਸਟ ਆਰਗਨ, ਦ ਨਰਵਸ ਸਿਸਟਮ ਲਿਵਸ ਹੇਅਰ। ਵੈਨ ਯੂ ਡੂ ਸੈਸਮੀ ਆਇਲ ਮਸਾਜ ਇਟ ਨਰਿਸ਼ਸ ਐਂਡ ਨਰਚਰਸ ਦ ਨਰਵਸ ਸਿਸਟਮ। ਇਹਦੇ ਕਰਕੇ ਜਿਨ੍ਹਾਂ ਲੋਕਾਂ ਨੂੰ ਸਟ੍ਰੈਸ ਰਹਿੰਦਾ ਹੈ, ਇੱਥੇ ਬਹੁਤ ਜ਼ਿਆਦਾ ਡਿਪਰੈਸ਼ਨ ਰਹਿੰਦੇ ਹੈ, ਐਂਗਜ਼ਾਇਟੀ ਰਹਿੰਦੀ ਹੈ, ਇਹ ਸਾਰੀਆਂ ਬਿਮਾਰੀਆਂ ਵੀ ਵਾਤ ਦੋਸ਼ ਦੀਆਂ ਬਿਮਾਰੀਆਂ ਨੇ, ਜਿਹੜੇ ਠੰਡੇ ਦੇਸ਼ਾਂ ਜ਼ਿਆਦਾ ਹੁੰਦੀਆਂ। ਹਿੰਦੁਸਤਾਨ ਜਾ ਕੇ ਕਿਉਂ ਨਹੀਂ ਪੈਂਦੇ ਤੁਸੀਂ ਬਿਮਾਰ? ਤੁਸੀਂ ਨਹੀਂ ਕਹਿੰਦੇ ਮੈਨੂੰ ਸਟ੍ਰੈਸ ਹੋ ਗਿਆ, ਇੱਥੇ ਆ ਕੇ ਹੋ ਜਾਂਦਾ। ਜੀ 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 ਜੀ, ਬਿਲਕੁਲ। ਕੰਮ ਦਾ ਇੱਕ ਕਲਚਰ ਹੈ ਲੇਕਿਨ ਦੇਸ਼ ਦਾ ਵਾਤਾਵਰਣ ਦਾ ਫਰਕ ਹੈ, ਇਸ ਕਰਕੇ ਹੁੰਦਾ। ਇਸ ਕਰਕੇ ਅਖਿਲੇਸ਼ ਸ਼ਰਮਾ ਜੈਸਾ ਬੰਦਾ 18 ਸਾਲ ਦਾ 23 ਦੇਸ਼ਾਂ 'ਚ ਘੁੰਮਣ ਤੋਂ ਬਾਅਦ ਹਿੰਦੁਸਤਾਨ ਹੀ ਜਾ ਕੇ ਪੈਂਦਾ, ਕਹਿੰਦਾ ਨਹੀਂ ਨਿੰਦਰ ਤੇ ਉੱਥੇ ਆਉਂਦੀ ਹੈ, ਮੈਂ ਨਹੀਂ ਰਹਿੰਦਾ ਅਮਰੀਕਾ ਇੰਗਲੈਂਡ ਸਭ ਜਗ੍ਹਾ ਘੁੰਮ ਘੁਮਾ ਕੇ ਵੀ ਚਲੇ ਜਾਣਾ ਵਾਪਸ। ਜੀ ਬਿਲਕੁਲ ਠੀਕ ਹੈ ਜੀ। ਹੁਣ ਡਾਕਟਰ ਸਾਹਿਬ ਸਾਡੀਆਂ ਤੇ ਮਜਬੂਰੀਆਂ ਹੈ, ਸਾਨੂੰ ਤੇ ਇੱਥੇ ਰਹਿਣਾ ਪੈਣਾ, ਸਾਡੇ ਕਾਰੋਬਾਰ ਸਾਰਾ ਕੁਝ ਇੱਥੇ ਹੈ। ਲੇਕਿਨ ਇਹ ਹੈ ਕਿ ਹੱਲ ਦੱਸਣੇ ਹੈ ਕਿ ਆਪਣੇ ਬੰਦੇ ਤਗੜੇ ਰਹਿਣ। ਹੱਲ ਵਧੀਆ ਦੱਸਿਆ। ਇੱਕ ਤੇ ਤਿਲਾਂ ਦੇ ਤੇਲ ਦੀ ਮਾਲਿਸ਼, ਤੇ ਮੈਨੂੰ ਲੱਗਦਾ ਦੂਸਰੇ ਕੋਲਰ ਜਿਹੜੇ ਹੈਗੇ ਆ ਉਹ ਵੀ ਕਾਫੀ ਵੇਟ ਕਰਦੇ ਹੋਣੇ ਆ, ਬੈਲ ਵੱਜੀ ਜਾਂਦੀ ਹੈ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ। ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਮੇ ਵੀ ਕਾਲ ਡ੍ਰੌਪ ਹੋ ਗਈ ਹੈ ਤੇ ਤੁਸੀਂ ਦੁਬਾਰਾ ਟਰਾਈ ਕਰ ਸਕਦੇ ਹੋ, ਦੁਬਾਰਾ ਫੋਨ ਕਰ ਸਕਦੇ ਹੋ ਤੇ ਜ਼ਰੂਰ ਤੁਸੀਂ ਕੋਈ ਵੀ ਪੁੱਛਣਾ ਚਾਹੇ ਤੇ ਗੱਲ ਪੁੱਛ ਸਕਦੇ ਹੋ। ਜਿਵੇਂ ਗੱਲ ਕੀਤੀ ਹੈ ਆਪਾਂ ਅੱਡੀਆਂ ਦੀ ਤੇ ਗੱਲ ਹੋ ਗਈ ਹੈ, ਜਿਵੇਂ ਮੈਂ ਜੋੜਾਂ ਦੇ ਹੋਰ ਦਰਦਾਂ ਦੀ ਗੱਲ ਕਰ ਰਿਹਾ ਸੀਗਾ, ਜਿਵੇਂ ਗਿੱਟਿਆਂ ਦੀ, ਗੋਡਿਆਂ ਦੀ ਜਾਂ ਬੈਕ ਦੇ ਵਿੱਚ ਬੜੀ ਪ੍ਰੋਬਲਮ ਹੈ, ਬੈਕ ਸਟਿਪ ਹੋ ਜਾਂਦੀ ਹੈ, ਕੋਲ ਆਕੜ ਜਾਂਦੀ, ਬਹੁਤ ਕਾਮਨ ਹੈ। ਮੇਰੀ ਵੀ ਆਕੜ ਜਾਂਦੀ ਜੇ, ਤਾਂ ਕਹੀ ਜਾਂਦਾ। ਮੈਂ ਦੱਸਣਾ। ਹਾਂਜੀ, ਹੁਣ ਦੇਖੋ ਉਹ ਹਲੇ ਵੱਜੀ ਜਾ ਰਿਹਾ। ਨਹੀਂ ਕੋਈ ਨਹੀਂ, ਉਹ ਜਿੱਦਾਂ ਇਹ ਪ੍ਰੋਸੈਸ ਹੁੰਦਾ ਬਹੁਤ ਜ਼ਿਆਦਾ ਕਿਉਂ ਲੱਗਿਆ, ਜਿਹੜਾ ਵੀ ਲਾਈਨ 'ਚ ਮਿਲੇਗਾ ਗੱਲ ਕਰਾਂਗੇ। ਹਾਂਜੀ ਚਲੋ ਠੀਕ ਹੈ। ਦੇਖੋ ਜਿਹੜਾ ਮੈਂ ਕਿਹਾ ਨਾ ਜੋੜਾਂ ਦੇ ਦਰਦਾਂ ਵਾਸਤੇ, ਇੱਕ ਤਾਂ ਤੁਸੀਂ ਗੂਗਲ ਯੋਗ ਖਾਣੀ ਹੈ, ਇੱਕ ਤੇਲਾਂ ਦੇ ਤੇਲ ਦੀ ਮਾਲਿਸ਼ ਕਰਨੀ ਹੈ ਪੂਰੇ ਸਰੀਰ ਤੇ, ਇੱਕ ਜਿਹੜਾ ਹੈ ਤੁਸੀਂ ਮੇਥਰੇ ਹੁੰਦੇ ਨਾ, ਮੇਥਰੇ, ਹਾਂਜੀ ਆਮ ਹੀ ਮਿਲ ਜਾਂਦੇ, ਕਸੂਰੀ ਮੇਥੀ ਕਹਿੰਦੇ ਆ। ਦੋ ਤਰ੍ਹਾਂ ਦਾ ਦਾਣਾ ਹੁੰਦਾ, ਇੱਕ ਮੋਟਾ ਹੁੰਦਾ ਪੀਲੇ ਰੰਗ ਦਾ, ਇੱਕ ਥੋੜਾ ਛੋਟਾ ਹੁੰਦਾ ਕੰਡੈਂਸ ਜਿਹੜਾ ਡਾਰਕ ਯੈਲੋ ਹੁੰਦਾ ਜੀ। ਉਦਾਂ ਦਾ ਮੇਥਰੇ ਦੇ ਦਾਣੇ ਲੈ ਕੇ ਨਾ ਤੁਸੀਂ 1 ਤੋਂ ਜਾਂ 1.5 ਚਮਚਾ ਰਾਤੀ ਪਾਣੀ 'ਚ ਭਿਓ ਕੇ ਰੱਖ ਦੇਣਾ 1 ਕੱਪ 'ਚ। ਅਗਲੇ ਦਿਨ ਸਵੇਰ ਤੁਸੀਂ ਖਾਲੀ ਪੇਟ ਉਹਨਾਂ ਨੂੰ ਖਾਣਾ ਤੇ ਪਾਣੀ ਵੀ ਪੀ ਲੈਣਾ ਜੀ, ਚੱਬ ਕੇ ਖਾਣਾ ਔਰ ਖਾਲੀ ਪੇਟ ਖਾਣਾ ਜੀ ਜੀ। ਦੈਟ ਹੈਜ਼ ਗॉट ਵੈਰੀ ਸਟਰੋਂਗ ਐਂਟੀ ਆਰਥਰਾਈਟਿਕ ਇਫੈਕਟ। ਇੱਕ ਫਾਇਦਾ ਉਹਦਾ। ਦੂਜਾ ਫਾਇਦਾ ਕੀ ਹੈ, ਉਹਦਾ ਐਂਟੀ ਡਾਇਬੀਟਿਕ ਇਫੈਕਟ ਵੀ ਹੈਗਾ। ਤੁਹਾਨੂੰ ਜੇ ਜੋੜਾਂ ਦੀ ਦਰਦਾਂ ਨੇ, ਕਮਰ 'ਚ ਵੀ ਦਰਦ ਹੈ, ਇਹ ਬਹੁਤ ਫਾਇਦਾ ਕਰੇਗਾ। ਲੇਕਿਨ ਅਗਰ ਤੁਹਾਨੂੰ ਸ਼ੂਗਰ ਹੈ ਉਹ ਨਾਲ ਠੀਕ ਹੋ ਜਾਊਗੀ। ਤੇ ਤੁਸੀਂ ਆਪਣੇ ਘਰਾਂ ਨੂੰ ਦੀਵਾਲੀ ਤੇ ਹੋਲੀ ਤੇ ਮਤਲਬ ਖਾਸ ਓਕੇਜਨਾਂ ਤੇ ਕੀ ਕਰੋ, ਅਗਲੀ ਵਾਰੀ ਮਿਠਾਈ ਦਾ ਡੱਬਾ ਆਪਣੀ ਦਾਦੀ ਨੂੰ ਜਾਂ ਦਾਦੇ ਨੂੰ ਨਾ ਦੇ ਕੇ, ਮਾਂ ਪਿਓ ਨੂੰ ਨਾ ਦੇ ਕੇ, ਮੇਥੀ ਦਾਣਾ 2 ਕਿਲੋ ਜਾ ਕੇ ਗਿਫਟ ਕਰਾਓ। ਵਾਹ ਜੀ ਵਾਹ, ਇਹ ਵੀ ਵਧੀਆ, ਬਹੁਤ ਦੈਟ ਇਜ਼ ਦ ਬੈਸਟ ਗਿਫਟ ਯੂ ਕੁਡ ਇਮੇਜਿਨ। ਮੇਥੀ ਦਾਣਾ ਵੀ, ਤੇ ਸਮਾਂ ਹੁਣ ਇਜਾਜ਼ਤ ਨਹੀਂ ਦੇਗਾ, ਸਾਡੇ ਕੋਲ ਸਮਾਂ ਥੋੜਾ ਇੰਨਾ ਕਿਸੇ। ਤੇ ਇਸ ਦੇ ਨਾਲ ਤੁਸੀਂ ਜਿਵੇਂ ਦੱਸਿਆ ਆਯੁਰਵੈਦਿਕ ਜਿਹੜਾ, ਇਹਦੇ ਨਾਲ ਸਾਰੀ ਤਰ੍ਹਾਂ ਦੀ ਬਿਮਾਰੀਆਂ 70% ਬਿਮਾਰੀਆਂ ਠੀਕ ਹੋ ਜਾਂਦੀਆਂ। ਬਾਕੀ 30% ਜਿਹੜੀਆਂ ਰਹਿ ਗਈਆਂ ਉਹ 10% ਐਮਰਜੈਂਸੀਜ਼ ਐਲੋਪੈਥਿਕ ਦੇ ਹਿੱਸੇ ਆਉਣੀਆਂ ਚਾਹੀਦੀਆਂ। ਬਾਕੀ 20% ਸਰਜਰੀਜ਼, ਕਿਉਂਕਿ ਉਹਨਾਂ ਨੇ ਜ਼ਿਆਦਾ ਐਡਵਾਂਸਮੈਂਟ ਕਰ ਲਈ। ਜੀ ਠੀਕ ਹੈ। ਬਾਕੀ 70% ਆਯੁਰਵੇਦ ਠੀਕ ਕਰ ਸਕਦਾ ਹੈ। ਜੀ ਜੀ, ਇਹ ਸਭ ਲੋਕਾਂ ਨੂੰ ਪਤਾ ਨਹੀਂ ਹੈਗਾ ਇਹ ਗੱਲ। ਇਹ ਪੂਰੀ ਵਰਲਡ ਦੇ ਐਲੋਪੈਥਿਕ ਰਾਜ ਕਰੀ ਜਾਂਦਾ ਹੈ, where the book of contraindications has become 4 times thicker than book of indications। ਤੇ ਡਾਕਟਰ ਸਾਹਿਬ ਤੁਹਾਡੀ ਕੋਈ ਵੈਬਸਾਈਟ ਜਿੱਥੋਂ ਜਾ ਕੇ ਕੁਝ ਅਸੀਂ ਡਿਟੇਲ ਲੈ ਸਕੀਏ? ਮੇਰੀ ਇੱਕ ਵੈਬਸਾਈਟ ਹੈਗੀ ਹੈ www, ਜਿਹੜੇ ਲੋਕ ਸੁਣ ਰਹੇ ਨੇ ਧਿਆਨ ਨਾਲ ਸੁਣ ਲਓ, www ayurveda today। ਆਯੁਰਵੇਦਾ ਦੇ ਸਪੈਲਿੰਗ ਹੈ AYURVEDA, today ਹੈਗਾ TODAY.org, ORG, ਜਿੱਦਾਂ ਆਰਗੇਨਾਈਜੇਸ਼ਨ ਹੁੰਦੀ ਹੈ ਨਾ, ayurvedatoday.org। ਜਾਂ ਮੈਨੂੰ ਈਮੇਲ ਲਿਖ ਸਕਦੇ ਜੇ ayurvedatoday@hotmail.com, ਜਾਂ ਸਕਾਈਪ ਐਡਰੈਸ ਤੇ ਅਖਿਲੇਸ਼ ਜੀ AKHILESHJI, ਅਖਿਲੇਸ਼ ਜੀ, ਇਹ ਮੇਰਾ ਸਕਾਈਪ ਐਡਰੈਸ ਹੈ। ਤੇ ਹੋਰ ਕੋਈ ਅਗਰ ਕਰਨਾ ਚਾਹੋਗੇ, ਇੱਕ ਨੰਬਰ ਤੁਹਾਨੂੰ ਮੈਂ ਦੇ ਦਿੰਦਾ ਜੀ। ਇਹ ਹੈਗਾ ਜੀ, ਇੱਥੇ ਦਾ ਲੋਕਲ ਨੰਬਰ ਹੈ। ਮੈਂ ਸਿਰਫ 10 ਤਰੀਕ ਤੱਕ ਇੱਥੇ ਹੈਗਾ, ਪਰ ਜਿਹੜੇ ਬਾਅਦ 'ਚ ਮੈਨੂੰ ਨਾ ਮਿਲ ਪਾਣ ਉਹ ਸਕਾਈਪ ਤੇ ਮੇਰੇ ਨਾਲ ਗੱਲ ਕਰ ਸਕਦੇ ਆ ਜੀ।
ਨੰਬਰ ਹੈਗਾ 074 663 79234। ਇੱਕ ਵਾਰੀ ਦੁਬਾਰਾ ਬੋਲ ਦੇਣਾ 07466 379 ਤੇ ਇੱਕ ਬੇਨਤੀ ਮੈਂ ਸਾਰੀ ਸੰਗਤ ਨੂੰ ਜ਼ਰੂਰ ਕਰਾਂਗਾ ਜੀ। ਸਿੱਖ ਚੈਨਲ ਆਪਣੇ ਆਪ 'ਚ ਬਹੁਤ ਮਿਹਨਤ ਕਰ ਰਿਹਾ ਹੈਗਾ। ਇਹ ਸਾਰੇ ਸਬਜੈਕਟ ਇਹ ਭਾਈ ਸਾਹਿਬ ਨੇ ਮੈਨੂੰ ਕਿਹਾ ਨਹੀਂ ਹੈਗਾ, ਮੈਂ ਖੁਦ ਕੱਲ ਪ੍ਰੋਗਰਾਮ ਦੇਖੇ ਜਦੋਂ ਬਹੁਤ ਅੱਛਾ ਲੱਗਿਆ, ਮਨ ਨੂੰ ਦਿਲੋਂ ਅੱਛਾ ਲੱਗਿਆ। ਇਸ ਕਰਕੇ ਮੈਂ ਕੱਲ ਚੱਲ ਕੇ ਆ ਗਿਆ। ਮੈਂ ਕਿਹਾ ਜੀ ਚਲੋ ਇਫ ਯੂ ਹੈਵ ਟੂ ਡੂ ਇਟ ਵੀ ਡੂ ਇਟ ਰਾਈਟ ਨਾਓ, ਕਿਉਂਕਿ ਇਹ ਚੰਗਾ ਕੰਮ ਹੈਗਾ ਨਾ, ਰੱਬ ਦਾ ਕੰਮ ਹੈ ਬੰਦੇ ਠੀਕ ਕਰਨਾ ਵੀ। ਉਸੇ ਰੱਬ ਦੇ ਕੰਮ ਨੂੰ ਅੱਗੇ ਵਧਾਉਣ ਵਾਸਤੇ ਤੁਸੀਂ ਸਿੱਖ ਚੈਨਲ ਨੂੰ ਹੋਰਾਂ ਲੋਕਾਂ ਨੂੰ ਪ੍ਰਮੋਟ ਕਰਨਾ ਹੈ, ਲੋਕਾਂ ਨੂੰ ਦੱਸਣਾ ਹੈ। ਇਹ ਮੇਰੀ ਜਿਹੜੇ ਨੁਸਖਿਆਂ ਨਾਲ ਜੇ ਤੁਹਾਨੂੰ ਫਾਇਦਾ ਹੋਏ, ਇਹ ਸਿੱਖ ਚੈਨਲ ਵਾਸਤੇ ਪਲੀਜ਼ ਰਿਸਪੈਕਟ ਦੈਮ, ਪੁੱਟ ਦ ਡੋਨੇਸ਼ਨਸ ਟੂਗੈਦਰ, ਤਾਂ ਕਿ ਇਹ ਹੋਰ ਫਲੇ ਫੁੱਦੇ ਪੂਰੇ ਸਿੱਖ ਸਮਾਜ ਤੱਕ, ਪੂਰੇ ਪੰਜਾਬੀ ਸਮਾਜ ਤੱਕ, ਪੂਰੇ ਵਰਲਡ 'ਚ ਪਹੁੰਚੇ। ਇਹਦੇ ਵਾਸਤੇ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ, ਕਿਉਂਕਿ ਤੁਸੀਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋ। ਤੁਹਾਡੀ ਸਿਹਤ ਠੀਕ ਹੋਊਗੀ ਤੇ ਪੈਸੇ ਵੀ ਠੀਕ ਕਮਾਓਗੇ, ਤੇ ਉਹਦੇ 'ਚ ਜਿਸ ਤਰ੍ਹਾਂ ਦਸੌਂਦ ਆਪਣਾ ਕੱਢ ਕੇ ਦਿੰਦੇ ਜੇ ਨਾ, ਜੋ ਸਿੱਖਿਆ, ਜੋ ਬਾਬਿਆਂ ਨੇ ਸਿਖਾਇਆ ਉਹ ਜ਼ਰੂਰ ਕਰੋ। ਯਕੀਨ ਕਰੋ, ਦਸੌਂਦ ਕਿਉਂ ਕੱਢਦੇ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ, ਇਹ ਵੀ ਮੈਂ ਤੁਹਾਨੂੰ ਦੱਸ ਦਿਆਂ। ਚਿਕਿਤਸਾ ਦੋ ਤਰ੍ਹਾਂ ਦੀ ਕਹੀ ਹੈ, ਇੱਕ ਕਹਿੰਦੇ ਦੇਵ ਵਿਆਪਾਸ਼ਰ ਚਿਕਿਤਸਾ, ਦੂਜੀ ਕਹਿੰਦੇ ਯੁਕਤੀ ਵਿਆਪਾਸ਼ਰ ਚਿਕਿਤਸਾ। ਯੁਕਤੀ ਵਿਆਪਾਸ਼ਰ ਜਿਹੜੇ ਜਿੱਥੇ ਆਪਾਂ ਜੁਗਤ ਲਗਾਉਂਦੇ ਹਾਂ, ਅਲਟਰਾਸਾਊਂਡ ਕਰਾ ਲਿਆ, ECG ਕਰਾ ਲਿਆ, ਬਲੱਡ ਟੈਸਟ ਕਰਾ ਲਿਆ, ਫਲਾਣਾ ਕਰਾ ਲਿਆ, ਡਾਕਟਰ ਨੇ ਕਿਹਾ ਅੱਛਾ ਇਹ ਲੱਗਦਾ ਇਹ ਨਬਜ਼ ਦੇਖ ਲਈ, ਇਹ ਯੁਕਤੀ ਪ੍ਰਮਾਣ ਹੈ। ਦੇਵ ਵਿਆਪਾਸ਼ਰ ਚਿਕਿਤਸਾ ਇਹ 'ਚ ਹੁੰਦਾ ਤਪ, ਹਵਨ, ਮੰਤਰ ਤੇ ਦਾਨ। ਇਹ ਦੈਵਿਕ ਚਿਕਿਤਸਾ ਨੇ। ਤੇ ਦਾਨ ਜੇ ਤੁਸੀਂ ਕਰਦੇ ਹੋ ਨਾ, ਉਹ ਜਿਹੜਾ ਹੈ ਉਹ ਤੁਹਾਨੂੰ ਲੱਗਦਾ ਮਤਲਬ ਸਰੀਰ ਔਰ ਆਤਮਾ ਨੂੰ ਸਵਸਥ ਕਰਨ ਵਿੱਚ ਦਾਨ ਦਾ ਵੀ ਬਹੁਤ ਵੱਡਾ ਰੋਲ ਹੈ। ਇਹ ਨਾ ਸੋਚੋ ਤੁਹਾਡੇ ਜੋੜਾਂ 'ਤੇ ਦਰਦ ਹੈ ਤਾਂ ਪੇਨ ਕਿਲਰ ਖਾਣ ਨਾਲ ਠੀਕ ਹੋ ਜਾਊਗਾ। ਸਹੀ ਬਾਬਾ ਹੋਏਗਾ ਨਾ, ਕਹਿੰਦਾ ਬੁੜੀਆ ਠੀਕ ਨਹੀਂ ਹੁੰਦਾ, ਕਦੇ ਦਾਨ ਕੀਤਾ ਹੀ, ਚੱਲ ਅਗਲੇ ਐਤਵਾਰ ਜਾਂ ਸੋਮਵਾਰ ਜਾਂ ਫਲਾਣੇ ਦਿਨ ਉੱਥੇ ਜਾ ਕੇ ਦਾਨ ਕਰਾਈ। ਤੁਹਾਡੀ ਆਤਮਾ ਪਵਿੱਤਰ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਦਿਸ ਇਜ਼ ਡਿਵੈਲਪਿੰਗ ਅ ਸੈਂਸ ਆਫ ਮਟੀਰੀਅਲਿਸਟਿਕ ਡਿਟੈਚਮੈਂਟ ਜਿਹੜੇ ਬਾਬੇ ਪੜ੍ਹਾਉਂਦੇ ਆ ਸਾਨੂੰ ਜੀ, ਰਾਈਟ, ਦੈਟ ਇਜ਼ ਵਾਟ ਵੀ ਹੈਵ ਟੂ ਫਾਲੋ। ਇਹਨਾਂ ਸ਼ਬਦਾਂ ਦੇ ਨਾਲ ਨਹੀਂ ਜੀ, ਹਜੇ ਤੁਹਾਡੇ ਤੋਂ ਕੋਈ ਮੈਸੇਜ ਹੋਰ ਜਿਹੜਾ ਹੈ ਸਿਹਤ ਨੂੰ ਸਹੀ ਰੱਖਣ ਵਾਸਤੇ ਕੋਈ ਮੈਸੇਜ ਦੇਣਾ ਚਾਹੋ? ਤੇ ਕਿਉਂਕਿ ਸਮਾਂ ਜ਼ਰੂਰ ਅਸੀਂ ਕਰਾਂਗੇ ਕੋਸ਼ਿਸ਼ ਫਿਰ ਵੀ ਤੁਹਾਡੇ ਨਾਲ ਬਣਾਉਣ ਦਾ, ਤੇ ਆਪਾਂ ਜਿੱਥੇ ਵੀ ਤੁਸੀਂ ਹੋਗੇ ਇੰਡੀਆ ਤੋਂ ਵੀ ਅਸੀਂ ਸਕਾਈਪ ਰਾਹੀਂ ਜਾਂ ਕੋਈ ਨਾ ਕੋਈ, ਔਰ ਸਾਡੀ ਟੀਮ ਇੰਡੀਆ 'ਚ ਵੀ ਹੈ, ਅਸੀਂ ਜ਼ਰੂਰ ਰਾਬਤਾ ਕਾਇਮ ਰੱਖਾਂਗੇ। ਹੋਰ ਕੋਈ ਮੈਸੇਜ ਸਿਹਤ ਸੰਬੰਧੀ ਕੀ ਦੇਣਾ ਚਾਹੋਗੇ? ਦੇਖੋ, ਸਿਹਤ ਸੰਬੰਧੀ ਮੈਂ ਹੀ ਕਹਿਣਾ ਚਾਹਾਂਗਾ ਕਿ ਸਿਹਤ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡਾ ਸਰੀਰ ਜਿਹੜਾ ਸਵਸਥ ਹੈ ਖਾਲੀ। ਤੁਹਾਡੀ ਬਾਡੀ ਆਰਨਲਡ ਸ਼ਵਾਰਜ਼ਨੇਗਰ ਵਰਗੀ ਹੋਵੇ, ਬੜੀ ਤਗੜੀ, ਜਾਂ ਦਾਰਾ ਸਿੰਘ ਵਰਗੀ। ਹੁਣ ਤਾਂ ਵਿਚਾਰੇ ਰਹੇ ਨਹੀਂ, ਸਾਡੇ ਬੜੇ ਜਿਹੜੇ ਨੇ ਵਰਲਡ ਫੇਮਸ ਕੁਸ਼ਤੀ ਦੇ ਖਿਲਾੜੀ ਰਹੇ ਨੇ। ਉਹਨਾਂ ਦੇ ਪੁੱਤਰ ਨੂੰ ਮੈਂ ਮਿਲਦਾ ਰਹਿਣਾ, ਹਲੇ ਵੀ ਬਾਲੀਵੁੱਡ 'ਚ ਮੇਰੇ ਬੜੇ ਸਾਰੇ ਮਰੀਜ਼ ਵੀ ਹੈਗੇ ਆ, ਸ਼ਾਹਰੁਖ ਖਾਨ ਵਰਗੇ, ਹੋਰ ਬਥੇਰੇ। ਬਿਲਕੁਲ ਜੀ, ਤੁਸੀਂ ਤਾਂ ਵਰਲਡ ਵਾਈਡ ਜਿਹੜੇ ਆ ਤੁਹਾਡੇ ਬੜੇ ਪੇਸ਼ੈਂਟ ਜਿਹੜੇ ਹੈਗੇ ਆ ਫੇਮਸ, ਜਿਹੜੇ ਤੁਹਾਡੇ ਇੱਥੇ ਇਸੇ ਦੇਸ਼ ਦੇ ਪ੍ਰਿੰਸ ਚਾਰਲਸ ਨੂੰ ਵੀ ਮੈਂ ਦੇਖਦਾ ਰਿਹਾ। ਅੱਛਾ ਜੀ। ਤੇ ਟੂ ਟੈਲ ਯੂ ਦ ਟਰੂਥ ਕਿ ਸਰੀਰ, ਆਤਮਾ ਔਰ ਮਨ, ਇਹ ਤਿੰਨਾਂ ਦਾ ਸਵਾਸਥ ਜ਼ਰੂਰੀ ਹੈਗਾ। ਜੇ ਤੁਸੀਂ ਸੋਚੋ ਨਾ ਬੜੇ ਤਗੜੇ ਮਸਲ ਬਣਾ ਲਏ, 6 ਪੈਕ, ਮੈਂ ਯੰਗ ਜਨਰੇਸ਼ਨ ਨੂੰ ਖਾਸ ਕਰ ਕਹਿ ਰਿਹਾ, ਜੇ ਤੁਸੀਂ 6 ਪੈਕ ਮਸਲ ਬਣਾ ਲਏ ਹੈ ਤੇ ਨਾਲ ਤੁਹਾਡੇ ਸਟ੍ਰੈਸ ਹੈਗਾ, ਨਾਲ ਤੁਸੀਂ ਸਟ੍ਰੈਸ ਮਾਰੇ ਤੁਸੀਂ ਡਰੱਗਸ ਲਈ ਜਾਂਦੇ ਹੋ, ਨਸ਼ਾ ਛੱਡ ਦਿਓ, ਇਹ ਆਤਮਾ ਨੂੰ ਵੀ ਕਲੁਸ਼ਿਤ ਕਰ ਰਿਹਾ ਤੇ ਮਨ ਨੂੰ ਵੀ। ਅੱਛਾ ਸਵਾਸਥ ਕੀ ਹੈ? ਸਰੀਰ, ਆਤਮਾ ਔਰ ਮਨ ਤਿੰਨੋਂ ਸਵਸਥ ਹੋਣੇ ਚਾਹੀਦੇ ਹੈ ਜੀ। ਆਯੁਰਵੇਦ 'ਚ ਕਹਿੰਦਾ ਸਰੀਰ, ਆਤਮਾ, ਮਨ, ਇਹਨਾਂ ਦਾ ਤਿੰਨਾਂ ਦਾ ਔਰ ਇੰਦਰੀਆਂ ਦਾ ਬੈਲੈਂਸ ਜ਼ਰੂਰੀ ਹੈ, ਤਾਂ ਹੀ ਤੁਸੀਂ ਸਵਸਥ ਕਹਿਲਾਉਂਦੇ ਹੋ। Physical, mental and spiritual well-being of an individual is important. It's not only absence of a disease in the physical body which makes you healthy, which means ਆਤਮਾ ਔਰ ਮਨ ਕਿੱਦਾਂ ਸਾਫ਼ ਬਣੇਗਾ? ਜਦੋਂ ਤੁਸੀਂ ਸਿੱਖ ਚੈਨਲ ਦੇਖੋਗੇ, ਉਹ ਕੀ ਕਰ ਰਿਹਾ? ਤੁਹਾਡਾ ਮਨ ਸਾਫ਼ ਕਰ ਰਿਹਾ, ਤੁਹਾਡੀ ਆਤਮਾ ਸਾਫ਼ ਕਰ ਰਿਹਾ ਜੀ। ਤੁਸੀਂ ਵਾਹਿਗੁਰੂ ਦਾ ਨਾਮ ਲੈਂਦੇ ਹੋ, ਕੀ ਹੁੰਦਾ ਅੰਦਰ? ਮਨ ਸ਼ਾਂਤ ਹੋ ਜਾਂਦਾ ਹੈ ਜੀ। ਜਿੱਦਾਂ ਦੀ ਜਿੰਨੀ ਮਰਜ਼ੀ ਪ੍ਰੋਬਲਮ ਹੋਏ, ਤੁਸੀਂ ਕਹਿੰਦੇ ਬਾਬਾ ਤੇਰੇ ਆਈ ਸਰੈਂਡਰ ਟੂ ਯੂ। ਬਿਲਕੁਲ ਜੀ, ਸਤਿਗੁਰਾਂ ਅੱਗੇ ਸ਼ੁਕਰਾਨਾ ਕਰੀਦਾ ਜੀ। ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਜਿਹੜਾ ਸਮਾਂ ਕੱਢ ਕੇ ਬੜੇ ਸ਼ੋਰਟ ਨੋਟਿਸ ਦੇ ਵਿੱਚ, ਕੱਲ੍ਹ ਹੀ ਮੇਰੇ ਨਾਲ ਸ਼ਾਮ ਰਾਤ ਗੱਲ ਹੋਈ ਤੁਹਾਡੇ ਨਾਲ, ਉਸ ਟਾਈਮ ਤੁਸੀਂ ਲੰਡਨ ਸੀ, ਤੇ ਤੁਸੀਂ ਆ ਕੇ ਇੱਥੇ ਇੰਨੀ ਜਲਦੀ ਜਿਹੜਾ ਇਸ ਸ਼ੋਅ ਦੇ ਵਿੱਚ ਆ ਕੇ ਤੇ ਸੰਗਤਾਂ ਨੂੰ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ। ਬਹੁਤ ਜਾਣਕਾਰੀ ਅੱਜ ਸਿਹਤ ਸੰਭਾਲ ਬਾਰੇ ਸਾਨੂੰ ਮਿਲੀ ਹੈ। ਸਾਨੂੰ ਬਹੁਤ ਸਾਰੀਆਂ ਇੱਥੇ ਜਿਹੜੀਆਂ ਮੁਸ਼ਕਿਲਾਂ ਆਉਂਦੀਆਂ, ਖਾਸ ਤੌਰ ਸਿਹਤ ਨੂੰ ਲੈ ਕੇ, ਇੱਥੋਂ ਦੇ ਵੈਦਰ ਦੀ ਕੰਡੀਸ਼ਨ ਇੱਦਾਂ ਦੀ ਹੈ
ਤੇ ਡਾਕਟਰ ਸਾਹਿਬ ਨੇ ਬੜੇ ਵਧੀਆ ਨੁਕਤੇ ਦੱਸੇ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਡਾਕਟਰ ਸਾਹਿਬ ਨਾਲ ਰਾਬਤਾ ਰੱਖਾਂਗੇ। ਇਹਨਾਂ ਨੇ ਆਪਣੀ ਵੈਬਸਾਈਟ ਵੀ ਦੱਸ ਦਿੱਤੀ ਹੈ, ਇਹਨਾਂ ਨੇ ਨੰਬਰ ਵੀ ਦੱਸਿਆ, ਇਹਨਾਂ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਤੇ ਹੁਣ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ। ਇਸੇ ਤਰ੍ਹਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਮਹਾਨ ਸ਼ਖਸੀਅਤਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਚੱਕ ਲਾਈਵ ਸੀ ਸਾਰਾ, ਲਾਈਵ ਕਰਦਾ ਸੀ ਅਸੀਂ ਵੈਸੇ, ਕਿਉਂਕਿ ਸਾਡੇ ਕੋਲ ਜਿਹੜਾ ਅਗਲਾ ਪ੍ਰੋਗਰਾਮ ਸੀ ਉਹ ਵਿੱਚ ਕੱਟ ਕਰਕੇ ਤੇ ਬਹੁਤ ਸੋਹਣਾ ਜੀ, ਬਹੁਤ ਵਧੀਆ ਠੀਕ ਰਿਹਾ ਐਕਸਟੈਂਪੋਰ। ਬਹੁਤ ਵਧੀਆ। ਇਦਾਂ ਹੀ ਬੋਲਦਾ ਮੈਂ।